सत श्री अकाल जी, तुसीं देख रहे हो पंजाब मेल यूएसए टीवी। मैं सुखदीप कौर संधू। खबरां दे इस बुलेटिन विच तुहाडा स्वागत है। पहला पेश ने चोणवीआं खबरां। अमरीका दे 10 सूबिਆਂ ਦੇ ਵਿੱਚ ਪਹੁੰਚਿਆ ਓਮਿਕਰੋਨ। ਕੇਂਦਰ ਦੇ ਨਾਲ ਗੱਲਬਾਤ ਕਰਨ ਦੇ ਲਈ ਸੰਯੁਕਤ ਕਿਸਾਨ ਮੋਰਚੇ ਨੇ ਕਿਸਾਨ ਆਗੂਆਂ ਦੀ 5 ਮੈਂਬਰੀ ਟੀਮ ਦਾ ਕੀਤਾ ਗਠਨ। ਨਵਜੋਤ ਸਿੱਧੂ ਨੇ ਮੁੜ ਕੀਤੀ ਭਾਰਤ ਪਾਕਿਸਤਾਨ ਸਰਹੱਦ ਖੋਲ੍ਹਣ ਦੀ ਵਕਾਲਤ। मनजिंदर सिरसा दे बीजेपी दे विच शामिल होण ते श्री अकाल तख्त साहिब ते जथेदार दा आया वड्डा बयान सामने। श्रोमणी कमेटी ने खालसा साजना दिवस मौके पाकिस्तान जाण वाले जथे दे लई पासपोर्ट मंगे। पंजाब कांग्रेस दी सूबा महिला प्रधान ने केजरीवाल दी महिलावां नूं दित्ती गारंटी नूं दस्सिया जुमला। हुण खबरां विस्तार दे नाल। अमरीका के 10 सूबिਆਂ ਦੇ ਵਿੱਚ कोविड-19 ਦੇ ਨਵੇਂ वेरिएंट ओमिक्रॉन ਦੇ ਮਾਮਲੇ ਸਾਹਮਣੇ ਆਏ ਨੇ। ਸਿਹਤ ਅਧਿਕਾਰੀ ਨੇ ਦੱਸਿਆ ਹੈ ਕਿ ਸ਼ੁੱਕਰਵਾਰ ਨੂੰ ਮੈਰੀਲੈਂਡ, ਨੇਬਾਰਾਸਕਾ, ਪੈਨਸਿਲਵੇਨੀਆ, ਨਿਊ ਜਰਸੀ ਅਤੇ ਯੂਟਾ ਸੂਬਿਆਂ ਦੇ ਵਿੱਚ ਓਮਿਕਰੋਨ ਦੇ ਮਾਮਲੇ ਸਾਹਮਣੇ ਆਏ ਨੇ। ਇਸ ਹਫ਼ਤੇ ਦੀ ਸ਼ੁਰੂਆਤ ਦੇ ਵਿੱਚ ਕੈਲੀਫੋਰਨੀਆ, ਕੋਲੋਰਾਡੋ, ਹਵਾਈ, ਸੈਨੇਸੋਟਾ ਅਤੇ ਨਿਊਯਾਰਕ ਦੇ ਵਿੱਚ ਓਮਿਕਰੋਨ ਦੇ ਮਾਮਲੇ ਸਾਹਮਣੇ ਆਏ ਨੇ ਅਤੇ ਇਸ ਦਾ ਪਹਿਲਾ ਮਾਮਲਾ ਦੱਖਣੀ ਅਫਰੀਕਾ ਦੇ ਵਿੱਚ ਪਾਇਆ ਗਿਆ। ਅਮਰੀਕਾ ਦੇ ਰਾਸ਼ਟਰਪਤੀ ਜੋ ਬਾਈਡਨ ਨੇ ਸਰਦੀਆਂ ਦੇ ਵਿੱਚ ਕੋਵਿਡ-19 ਦੇ ਕੇਸਾਂ ਦੀ ਗਿਣਤੀ ਦੇ ਵਿੱਚ ਵਾਧੇ ਦੇ ਖਦਸ਼ੇ ਦੇ ਵਿਚਕਾਰ ਵੀਰਵਾਰ ਨੂੰ ਨਾਗਰਿਕਾਂ ਨੂੰ ਬੂਸਟਰ ਖੁਰਾਕ ਲੈਣ ਦੀ ਵੀ ਅਪੀਲ ਕੀਤੀ ਹੈ। ਉਹਨਾਂ ਨੇ ਕੋਈ ਨਵੀਂ ਵੱਡੀ ਪਾਬੰਦੀ ਲਗਾਉਣ ਦੀ ਗੱਲ ਨਹੀਂ ਕੀਤੀ ਹੈ। ਬਾਈਡਨ ਸਾਹਿਬ ਨੇ ਕਹਿ ਦਿੱਤਾ ਹੈ ਕਿ ਕੁਝ ਹੋਰ ਦੇਸ਼ ਆਪਣੀਆਂ ਸਰਹੱਦਾਂ ਬੰਦ ਕਰ ਰਹੇ ਨੇ ਅਤੇ ਤਾਲਾਬੰਦੀ ਮੁੜ ਲਾਗੂ ਕਰ ਰਹੇ ਨੇ, ਪਰ ਇਸ ਵਾਰ ਉਹ ਕੋਈ ਵਾਧੂ ਪਾਬੰਦੀਆਂ ਨਹੀਂ ਲਗਾਉਣਗੇ। ਬਾਈਡਨ ਨੇ ਵਿਗਿਆਨੀ ਸਲਾਹਕਾਰਾਂ ਦੇ ਨਾਲ ਮੀਟਿੰਗ ਤੋਂ ਬਾਅਦ ਮੈਰੀਲੈਂਡ ਦੇ ਵਿੱਚ ਰਾਸ਼ਟਰੀ ਸੰਸਥਾਵਾਂ ਦੇ ਦੌਰੇ ਦੌਰਾਨ ਕਿਹਾ ਹੈ। ਮਾਹਿਰਾਂ ਦਾ ਕਹਿਣਾ ਹੈ ਕਿ ਇਹਨਾਂ ਸਰਦੀਆਂ ਦੇ ਵਿੱਚ ਆਉਣ ਵਾਲੇ ਹਫ਼ਤਿਆਂ ਦੇ ਵਿੱਚ ਕੋਵਿਡ-19 ਦੇ ਕੇਸਾਂ ਦੇ ਵਿੱਚ ਵਾਧਾ ਹੋਏਗਾ। ਇਸ ਦੇ ਲਈ ਸਾਨੂੰ ਤਿਆਰ ਰਹਿਣ ਦੀ ਲੋੜ ਹੈ। ਬਾਈਡਨ ਨੇ ਕਿਹਾ ਹੈ ਕਿ ਉਹਨਾਂ ਦੀ ਨਵੀਂ ਰਣਨੀਤੀ ਦੇ ਵਿੱਚ ਤਾਲਾਬੰਦੀ ਸ਼ਾਮਿਲ ਨਹੀਂ ਹੋਏਗੀ। संयुक्त किसान मोर्चे की अहम मीटिंग समाप्त हो गई है। इस मीटिंग तो बाद यूनाइटेड किसान मोर्चे ने सरकार दे नाल गलबात करन दे लई 5 आगुआं दी कमेटी बनाई है। कमेटी दे विच बलबीर राजरेवाल, गुरनाम सिंह चड़ूनी, शिव कुमार कक्का, युद्धवीर सिंह, अशोक धावले दे नाम शामिल होए ने। सो घट्टो घट्ट समर्थन मुल समेत सारे मुद्दਿਆਂ ते सरकार दे नाल गल करन दे लई 5 लोकां दी इह कमेटी बनाई गई है। हालांकि एमएसपी नूं लैके अजे तक नावां दा फैसला नहीं होया है। यूनाइटेड किसान मोर्चे दी अगली मीटिंग 7 दसंबर ਨੂੰ ਹੋਏਗੀ। ਖੇਤੀਬਾੜੀ ਕਾਨੂੰਨਾਂ ਨੂੰ ਵਾਪਸ ਲੈਣ ਤੋਂ ਬਾਅਦ ਯੂਨਾਈਟਿਡ ਕਿਸਾਨ ਮੋਰਚੇ ਐਮਐਸਪੀ ਤੇ ਹੋਰ ਕਈ ਮੰਗਾਂ ਨੂੰ ਲੈ ਕੇ ਮੀਟਿੰਗ ਕਰ ਰਹੇ ਸੀ। ਇਸ ਮੀਟਿੰਗ ਦੇ ਵਿੱਚ ਕਈ ਸੀਨੀਅਰ ਆਗੂ ਭਾਗ ਲੈਣ ਪਹੁੰਚੇ। ਮੀਟਿੰਗ ਬਾਅਦ ਭਾਰਤੀ ਕਿਸਾਨ ਯੂਨੀਅਨ ਦੇ ਬੁਲਾਰੇ ਰਾਕੇਸ਼ ਟਿਕੈਤ ਨੇ ਕਿਹਾ ਸੀ ਕਿ ਅੱਜ ਦੀ ਮੀਟਿੰਗ ਦੇ ਵਿੱਚ ਘੱਟੋ ਘੱਟ ਸਮਰਥਨ ਮੁੱਲ ਹਟਾਉਣ। ਕੇਂਦਰੀ ਮੰਤਰੀ ਅਜੇ ਮਿਸ਼ਰਾ ਟੈਨੀ किसान खिलाफ दर्ज केस वापस लैन ਅਤੇ किसानां ਨੂੰ मुआवजा देण ਦੀ ਮੰਗ शामिल है। मीटिंग ਦੀ समाप्ति बारे राकेश टिकैत ने कहा है कि ਜਦੋਂ तक भारत सरकार चाहेगी ਇਹ ਅੰਦੋਲਨ ਜਾਰੀ ਰਹੇਗਾ। ਅੱਜ ਦੀ ਚੱਲ ਰਹੀ ਮੀਟਿੰਗ ਦੇ ਵਿੱਚ ਇਸ ਗੱਲ ਤੇ ਚਰਚਾ ਕੀਤੀ ਜਾ ਰਹੀ ਹੈ ਕਿ ਅੰਦੋਲਨ ਨੂੰ ਖਤਮ ਕੀਤਾ ਜਾਵੇ ਜਾਂ ਅੱਗੇ ਵਧਾਇਆ ਜਾਵੇ। बहुत सी बातें हुई और पिछले 1 साल से जो ये आंदोलन चल रहा है इस पे आप सब लोगों को जानकारी है कि क्या क्या इशू, क्या क्या मुद्दे हैं। और अभी जो लेटेस्ट की नॉलेज है जो एसकेएम ने तय किया यहाँ पे मीटिंग में, वो जो 5 लोग तय किए हैं, एक कमेटी निर्धारित की, वो कमेटी भारत सरकार से बातचीत करेगी। वो ऑथेंटिक रूप से ऑथराइज कमेटी एसकेएम की है। उसके नाम हम बता देते हैं। ये राज्यपाल जी हैं जो सीनियर हमारे लीडर हैं, पंजाब से हैं, और शिव कुमार काका जी हैं, ये गुरनाम सिंह चढ़ूनी जी हैं, युद्धवीर सिंह जी हैं और अशोक धवले जी हैं। ये 5 लोगों की कमेटी बनाई है। जो भी सरकार से बातचीत करेंगे, किसी भी मसले में बात होगी तो यही कमेटी ऑथराइज रूप से सरकार से बातचीत करेगी। और अगली जो मीटिंग एसकेएम की यहाँ पे होगी वो 7 तारीख को होगी। यहाँ पे ही होगी 11-12 बजे के आसपास का उसका टाइम रखा गया है। और 2 दिन में जो भी सरकार इनसे बातचीत करके अपना एजेंडा साफ करना चाहती है वो पूरे देश भर के मुकदमे हैं।
ਪੰਜਾਬ ਵਿਧਾਨ ਸਭਾ ਚੋਣਾਂ ਨੂੰ ਲੈ ਕੇ ਸਾਰੀਆਂ ਸਿਆਸੀ ਪਾਰਟੀਆਂ ਨੇ ਤਿਆਰੀਆਂ ਖਿੱਚ ਲਈਆਂ ਨੇ। ਅੱਜ ਪੰਜਾਬ ਕਾਂਗਰਸ ਦੇ ਪ੍ਰਧਾਨ ਨਵਜੋਤ ਸਿੰਘ ਸਿੱਧੂ ਨੇ ਇੱਕ ਵਾਰ ਫਿਰ ਭਾਰਤ ਪਾਕਿਸਤਾਨ ਸਰਹੱਦ ਖੋਲ੍ਹਣ ਦੀ ਵਕਾਲਤ ਕੀਤੀ ਹੈ। ਸਿੱਧੂ ਨੇ ਕਿਹਾ ਹੈ ਕਿ ਭਾਰਤ ਪਾਕਿਸਤਾਨ ਸਰਹੱਦ ਦੇ ਬੰਦ ਹੋਣ ਕਾਰਨ ਪੰਜਾਬ ਨੂੰ ਬਹੁਤ ਨੁਕਸਾਨ ਹੋ ਰਿਹਾ ਹੈ। ਬਾਰਡਰ ਬੰਦ ਹੋਣ ਕਾਰਨ ਕਰੋੜਾਂ ਦਾ ਨੁਕਸਾਨ ਹੋਇਆ ਹੈ। ਇਸ ਕਾਰਨ ਪੰਜਾਬ ਨੂੰ ਕਰੀਬ 4000 ਕਰੋੜ ਰੁਪਏ ਦਾ ਨੁਕਸਾਨ ਹੋਇਆ ਹੈ। ਨਵਜੋਤ ਸਿੰਘ ਸਿੱਧੂ ਨੇ ਕਿਹਾ ਹੈ ਕਿ ਭਾਰਤ ਪਾਕਿਸਤਾਨ ਵਪਾਰ ਅਤੇ ਇਹਨਾਂ 34 ਦੇਸ਼ਾਂ ਦਾ ਦਾਇਰਾ 37 ਅਰਬ ਅਮਰੀਕੀ ਡਾਲਰ ਹੈ। ਇਸ ਸਮੇਂ ਅਸੀਂ ਸਿਰਫ 3 ਅਰਬ ਡਾਲਰ ਦਾ ਕਾਰੋਬਾਰ ਕਰ ਰਹੇ ਹਾਂ, ਜੋ ਸਮਰੱਥਾ ਦਾ 5% ਵੀ ਨਹੀਂ ਹੈ। ਉਹਨਾਂ ਨੇ ਕਿਹਾ ਹੈ ਕਿ ਪੰਜਾਬ ਨੂੰ ਪਿਛਲੇ 34 ਮਹੀਨਿਆਂ ਦੇ ਵਿੱਚ 4000 ਕਰੋੜ ਰੁਪਏ ਦਾ ਨੁਕਸਾਨ ਹੋਇਆ ਹੈ। ਇਸ ਦੌਰਾਨ 15000 ਨੌਕਰੀਆਂ ਚਲੀਆਂ ਗਈਆਂ ਨੇ। ਭਾਰਤ ਪਾਕਿਸਤਾਨ ਵਪਾਰ ਬਾਰੇ ਸਿੱਧੂ ਨੇ ਕਿਹਾ ਹੈ ਕਿ ਮੈਂ ਪਹਿਲਾਂ ਵੀ ਬੇਨਤੀ ਕੀਤੀ ਸੀ ਅਤੇ ਮੈਂ ਇੱਕ ਵਾਰ ਫਿਰ ਬੇਨਤੀ ਕਰ ਰਿਹਾ ਕਿ ਵਪਾਰ ਮੁੜ ਸ਼ੁਰੂ ਕੀਤਾ ਜਾਵੇ। ਇਸ ਦਾ ਹਰ ਕਿਸੇ ਨੂੰ ਫਾਇਦਾ ਹੋਵੇਗਾ। ਭਾਰਤ ਪਾਕਿਸਤਾਨ ਸੰਬੰਧਾਂ ਤੇ ਕਿਹਾ ਹੈ ਕਿ ਜੋ ਗਲਤ ਹਨ ਉਹ ਸਰਹੱਦੋਂ ਪਾਰ ਆਉਂਦੇ ਰਹਿਣਗੇ, ਪਰ ਗਲਤ ਲੋਕਾਂ ਕਾਰਨ ਆਮ ਨਾਗਰਿਕਾਂ ਨੂੰ ਖੱਜਲ ਖੁਆਰੀ ਨਹੀਂ ਹੋਣੀ ਚਾਹੀਦੀ ਹੈ। ਜੋ ਲੋਕ ਪਾਸਪੋਰਟ ਤੇ ਆਉਣਾ ਚਾਹੁੰਦੇ ਹਨ ਉਹ ਆਸਾਨੀ ਦੇ ਨਾਲ ਆ ਸਕਦੇ ਨੇ। ਮੈਂ ਵੈਸੇ ਨਾਰਮਲੀ ਮੰਨਿਆ ਨਹੀਂ ਕਦੇ ਵੀ ਸ਼ਾਰਟਕਟ ਹੈ, ਲੇਕਿਨ ਸਾਡੇ ਲਈ ਸ਼ਾਰਟਕਟ ਹੈ ਭਾਈ। ਸਾਡੇ ਤੁਸੀਂ ਸਾਡੀ ਕਿਸਮਤ ਦੇ ਉੱਤੇ ਤਾਲੇ ਲਾਤੇ। ਏਸ਼ੀਆ ਦੀ ਸਭ ਤੋਂ ਵੱਡੀ ਮੰਡੀ ਸੀ ਇਹ ਹੁਸ਼ਿਆਰਪੁਰੀਏ। ਆਓ ਹੁਸ਼ਿਆਰਪੁਰ ਤੋਂ ਚਿੱਟੇ ਕੁੜਤੇ ਪਜਾਮੇ ਪਾ ਕੇ ਘੋੜਿਆਂ ਦੇ ਉੱਤੇ ਬਲਕ ਬੁਖਾਰੇ ਜਾਂਦੇ ਹੁੰਦੇ ਸੀ ਤੇ ਉੱਥੇ ਵਿਆਹ ਵੀ ਕੀਤੇ ਹੁੰਦੇ ਸੀ ਤੇ ਮਹਾਰਾਜ ਗਾਣੇ ਗਾਉਂਦੇ ਹੁੰਦੇ ਸੀ, ਜੋ ਸੁਖ ਛੱਜੂ ਦੇ ਚੁਬਾਰੇ ਨਾ ਬਲਕ ਨਾ ਬੁਖਾਰੇ। ਇਹ ਕੋਈ ਅੱਜ ਦੀ ਹੈ ਮੁਹਾਵਰੇ? ਇਹ ਪੁਰਾਣੇ ਨੇ। ਮੇਰਾ ਪਿਓ ਇਸਲਾਮੀਆ ਕਾਲਜ ਜਾਂਦਾ ਹੁੰਦਾ, ਸ਼ਾਮ ਨੂੰ ਖੇਡ ਖੂਡ ਕੇ ਵਾਪਸ ਆ ਜਾਂਦਾ ਹੁੰਦਾ। ਤੇ ਕਿਉਂ ਅੱਜ ਕਿਉਂ ਨਹੀਂ ਭਾਈ? ਮੈਂ ਸਰਕਾਰਾਂ ਨੂੰ ਉਦੋਂ ਮੰਨੂਗਾ, ਔਰ ਅੱਜ ਦਾ ਨਹੀਂ, ਮੈਂ ਇਹ ਪਿਛਲੇ 17 ਸਾਲ ਦਾ ਹੀ ਕਹਿਣਾ। ਜਦ ਆਇਆ ਵੀ ਜਦੋਂ ਸਾਗ ਮੱਕੀ ਦੀ ਰੋਟੀ ਖਾ ਕੇ ਕੋਈ ਪੰਜਾਬੀ ਇੱਥੋਂ ਅੰਮ੍ਰਿਤਸਰੋਂ ਜਾ ਕੇ ਉਧਰ ਜਾਊਗਾ, ਬਿਰਿਆਨੀ ਬਰੂਨੀ ਖਾ ਕੇ ਆਪਦੀ ਤਜਾਰਤ ਕਰਕੇ ਸ਼ਾਮ ਨੂੰ ਘਰੇ ਮੁੜਿਆ ਆਊਗਾ, ਸਰਕਾਰਾਂ ਉਦੋਂ ਮੰਨੂਗਾ ਮਿੱਤਰਾ। ਸਮਝ ਲੈ, ਇਹ ਗੱਲ ਪੱਕੀ ਹੈ। ਔਰ ਮੈਂ ਆਪਦੇ ਲਈ ਨਹੀਂ ਕਹਿੰਦਾ। ਮੇਰੇ ਹਾਰਨ ਜਿੱਤਣ ਨਾਲ ਕੁਝ ਨਹੀਂ ਹੋਣਾ। ਇਹ ਆਪਸੀ ਬੈਟਲ ਨਾ ਬਣਾਓ। ਇਹ ਛੋਟੀਆਂ ਕਿੜਾ ਨਾ ਕੱਢੋ, ਇੱਕ ਦੂਜੇ ਨੂੰ ਗਾਲਾਂ ਨਾ ਕੱਢੋ। ਓਏ ਯਾਰ, ਜਦੋਂ ਤੁਸੀਂ ਪੰਜਾਬ ਰਹਿਣ ਜੋਗਾ ਹੀ ਨਹੀਂ ਛੱਡਣਾ ਫਿਰ ਕੀ ਕਰੋਗੇ? ਇਦੋਂ ਸ਼ਰਮ ਦੀ ਗੱਲ ਹੈ ਕਿ 67000 ਕਰੋੜ ਰੁਪਏ ਦਾ ਸਮਾਨ ਵਿਕ ਗਿਆ, ਜ਼ਮੀਨਾਂ ਵਿਕ ਗਈਆਂ, ਔਰ ਸਾਡੇ ਨੌਜਵਾਨ ਬਾਹਰ ਜਾਈਏ। ਸਾਡਾ ਸਰਮਾਇਆ ਭਾਈ, ਕੀ ਓਪਰਚੁਨਿਟੀ ਅਸੀਂ ਦੇ ਰਹੇ ਹਾਂ ਉਹਨਾਂ ਨੂੰ? ਉਹ ਟੈਲੈਂਟ, ਉਹਨੂੰ ਓਪਰਚੁਨਿਟੀ ਚਾਹੀਦੀ ਹੈ। ਅੱਜ ਅਖੀਰ 'ਚ ਮੈਂ ਕਹਿੰਦਾ, ਕਿਸਾਨ ਦੀ ਆਮਦਨ, ਨੌਜਵਾਨ ਨੂੰ ਰੋਜ਼ਗਾਰ, ਔਰ ਰੋਜ਼ਗਾਰ ਵੀ ਇਹੋ ਜਿਹਾ ਇਹ ਨਹੀਂ ਕਿ ਦੇ ਵਿਲ ਬੀ ਜੌਬ ਸੀਕਰਸ, ਦੇ ਵਿਲ ਬੀ ਜੌਬ ਪ੍ਰੋਵਾਈਡਰਸ, ਜੌਬ ਕ੍ਰੀਏਟਰਸ। ਅਕਾਲੀ ਆਗੂ ਮਨਜਿੰਦਰ ਸਿੰਘ ਸਿਰਸਾ ਦਾ ਭਾਜਪਾ ਦੇ ਵਿੱਚ ਜਾਣਾ ਬੇਸ਼ੱਕ ਹੈਰਾਨੀਜਨਕ ਫੈਸਲਾ ਮੰਨਿਆ ਜਾ ਰਿਹਾ ਹੈ, ਪਰ ਸਿਆਸੀ ਲੋਕ ਇਹ ਅੰਦਾਜ਼ਾ ਲਗਾ ਰਹੇ ਨੇ ਕਿ ਇੱਕ ਵਾਰ ਫਿਰ ਅਕਾਲੀ ਦਲ ਅਤੇ ਭਾਜਪਾ ਦੇ ਵਿੱਚ ਸਿਆਸੀ ਗੱਠਜੋੜ ਹੋਣ ਦੀ ਸੰਭਾਵਨਾ ਹੈ। ਹੁਣ ਇਸ ਤੇ ਸ਼੍ਰੀ ਅਕਾਲ ਤਖਤ ਸਾਹਿਬ ਦੇ ਜਥੇਦਾਰ ਸਿੰਘ ਸਾਹਿਬ ਗਿਆਨੀ ਹਰਪ੍ਰੀਤ ਸਿੰਘ ਦਾ ਬਿਆਨ ਵੀ ਸਾਹਮਣੇ ਆਇਆ ਹੈ। ਉਹਨਾਂ ਪੱਤਰਕਾਰਾਂ ਨੂੰ ਜਾਣਕਾਰੀ ਦਿੰਦੇ ਹੋਏ ਦੱਸਿਆ ਹੈ ਕਿ ਮਨਜਿੰਦਰ ਸਿੰਘ ਸਿਰਸਾ ਦੇ ਵੱਲੋਂ ਬੇਸ਼ੱਕ ਕਿਸਾਨੀ ਅੰਦੋਲਨ ਦੇ ਵਿੱਚ ਅਤੇ ਅਕਾਲੀ ਦਲ ਦੇ ਲਈ ਤਨ ਮਨ ਦੇ ਨਾਲ ਸੇਵਾ ਕੀਤੀ ਜਾ ਰਹੀ ਸੀ, ਲੇਕਿਨ ਜਦੋਂ ਉਹਨਾਂ ਦੇ ਉੱਤੇ ਮਾਮਲੇ ਦਰਜ ਕੀਤੇ ਗਏ ਤਾਂ ਉਹਨਾਂ ਨੂੰ ਇੱਕ ਆਫਰ ਦਿੱਤਾ ਗਿਆ ਕਿ ਉਹ ਜਾਂ ਤਾਂ ਬੀਜੇਪੀ ਜੁਆਇਨ ਕਰ ਲੈਣ ਜਾਂ ਫਿਰ ਜੇਲ੍ਹ ਜਾਣ, ਜਿਸ ਦੇ ਵਿੱਚੋਂ ਮਨਜਿੰਦਰ ਸਿੰਘ ਸਿਰਸਾ ਨੇ ਬੀਜੇਪੀ ਦੇ ਵਿੱਚ ਸ਼ਾਮਿਲ ਹੋਣ ਦਾ ਸਹੀ ਮੰਨਿਆ ਹੈ। ਉਹਨਾਂ ਦਾ ਆਪਣਾ ਨਿੱਜੀ ਫੈਸਲਾ ਹੈ, ਲੇਕਿਨ ਉਹਨਾਂ ਨੇ ਕਿਹਾ ਹੈ ਕਿ ਬੀਜੇਪੀ ਦੇ ਲਈ ਬਹੁਤ ਗਲਤ ਹੈ ਕਿ ਉਹ ਦਿੱਲੀ ਸਿੱਖ ਗੁਰਦੁਆਰਾ ਮੈਨੇਜਮੈਂਟ ਕਮੇਟੀ ਦੇ ਪ੍ਰਧਾਨ ਅਤੇ ਹੋਰ ਅਹੁਦੇਦਾਰਾਂ ਤੇ ਇਸ ਤਰ੍ਹਾਂ ਮਾਮਲੇ ਦਰਜ ਕਰ ਰਹੀ ਹੈ। ਜ਼ਿਕਰਯੋਗ ਹੈ ਕਿ ਇਸ ਤੋਂ ਪਹਿਲਾਂ ਵੀ ਮਨਜਿੰਦਰ ਸਿੰਘ ਸਿਰਸਾ ਬੀਜੇਪੀ ਦੇ ਵਿੱਚ ਹੀ ਹੁੰਦੇ ਸਨ ਅਤੇ ਉਹਨਾਂ ਨੇ ਬੀਜੇਪੀ ਦੇ ਵਿੱਚ ਹੀ ਚੋਣ ਲੜੀ ਸੀ, ਲੇਕਿਨ ਕਿਸਾਨੀ ਅੰਦੋਲਨ ਕਰਕੇ ਅਕਾਲੀ ਦਲ ਤੇ ਬੀਜੇਪੀ ਦਾ ਗੱਠਜੋੜ ਟੁੱਟਣ ਤੋਂ ਬਾਅਦ ਮਨਜਿੰਦਰ ਸਿੰਘ ਸਿਰਸਾ ਨੇ ਅਕਾਲੀ ਦਲ ਦੇ ਨਾਲ ਹੋ ਕੇ ਕਿਸਾਨਾਂ ਦੀ ਤਨੋ ਮਨੋ ਸੇਵਾ ਕੀਤੀ ਸੀ, ਲੇਕਿਨ ਹੁਣ ਇੱਕ ਵਾਰ ਫਿਰ ਬੀਜੇਪੀ ਦੇ ਵਿੱਚ ਮੁੜ ਸ਼ਾਮਿਲ ਹੋ ਗਏ ਨੇ। ਦੇਖੋ, ਜਦੋਂ ਵਿਦੇਸ਼ੀ ਹੁਕਮਰਾਨ ਭਾਰਤ ਆਏ ਤੇ ਉਹਨਾਂ ਨੇ ਭਾਰਤ ਤੇ ਕਬਜ਼ਾ ਕਰਨ ਤੋਂ ਬਾਅਦ ਲੋਕਾਂ ਨੂੰ ਕਿਹਾ ਕਿ ਜਾਂ ਧਰਮ ਚੁਣ ਲਓ ਜਾਂ ਕਰਮ ਚੁਣ ਲਓ। ਜਿਨ੍ਹਾਂ ਨੂੰ ਧਰਮ ਪਿਆਰਾ ਸੀ ਉਹਨਾਂ ਨੇ ਧਰਮ ਚੁਣ ਲਿਆ, ਜਿਨ੍ਹਾਂ ਨੂੰ ਕਰਮ ਪਿਆਰਾ ਸੀ ਉਹਨਾਂ ਨੇ ਕਰਮ ਚੁਣ ਲਿਆ। ਜਦੋਂ ਮੁਗਲ ਸ਼ਾਸਕ ਜਿਹੜੇ ਸੀ ਉਹ ਭਾਰਤ ਦੇ ਅੰਦਰ ਆਏ ਤੇ ਉਹਨਾਂ ਨੇ ਇਹ ਕਿਹਾ ਕਿ ਜਾਂ ਧਰਮ ਚੁਣ ਲਓ ਤੇ ਜਾਂ ਜ਼ਿੰਦਗੀ ਚੁਣ ਲਓ। ਕਈਆਂ ਨੇ ਧਰਮ ਚੁਣਿਆ, ਕਈਆਂ ਨੇ ਜ਼ਿੰਦਗੀ ਚੁਣੀ। ਜਿਨ੍ਹਾਂ ਨੇ ਜ਼ਿੰਦਗੀ ਚੁਣੀ ਉਹਨਾਂ ਨੇ ਧਰਮ ਛੱਡਤਾ, ਜਿਨ੍ਹਾਂ ਨੇ ਧਰਮ ਚੁਣਿਆ ਉਹਨਾਂ ਨੇ ਜ਼ਿੰਦਗੀ ਛੱਡਤੀ। ਮੇਰੀ ਕੱਲ ਸਵੇਰੇ ਸਰਸੇ ਨਾਲ ਗੱਲ ਹੋਈ ਸੀ
ਤੇ ਮੈਨੂੰ ਲੱਗਿਆ ਕਿ ਉਹਨਾਂ ਦੇ ਅੱਗੇ ਵੀ ਇਹ ਪੇਸ਼ਕਸ਼ ਰੱਖੀ ਗਈ ਕਿ ਜਾਂ ਬੀਜੇਪੀ ਜੁਆਇਨ ਕਰੋ ਤੇ ਜਾਂ ਫਿਰ ਜੇਲ੍ਹ ਜਾਓ, ਤੇ ਉਹਨਾਂ ਨੇ ਬੀਜੇਪੀ ਨੂੰ ਜੁਆਇਨ ਕੀਤਾ। ਔਰ ਬਿਲਕੁਲ ਉਵੇਂ ਹੋਇਆ ਜਿਵੇਂ ਮੁਗਲਾਂ ਦੇ ਦੌਰ ਦੇ ਵਿੱਚ ਜਾਂ ਵਿਦੇਸ਼ੀ ਹੁਕਮਰਾਨ ਮੁਗਲਾਂ ਤੋਂ ਜਿਹੜੇ ਪਹਿਲੋਂ ਆਏ ਸੀ ਉਹਨਾਂ ਦੇ ਦੌਰ ਦੇ ਵਿੱਚ ਜਿਵੇਂ ਹੁੰਦਾ ਸੀ। ਫਰਕ ਸਿਰਫ ਇੰਨਾ ਹੈ ਕਿ ਉਦੋਂ ਧਰਮ ਤੇ ਕਰਮ ਚੋਂ ਇੱਕ ਨੂੰ ਚੁਣਨ ਵਾਸਤੇ ਕਿਹਾ ਜਾਂਦਾ ਸੀ, ਜਾਂ ਧਰਮ ਚੋਂ ਜ਼ਿੰਦਗੀ ਚੋਂ ਇੱਕ ਨੂੰ ਚੁਣਨ ਵਾਸਤੇ ਕਿਹਾ ਜਾਂਦਾ ਸੀ, ਤੇ ਸਰਸੇ ਨੂੰ ਜੇਲ੍ਹ ਤੇ ਬੀਜੇਪੀ ਦੋਨਾਂ ਚੋਂ ਇੱਕ ਨੂੰ ਚੁਣਨ ਵਾਸਤੇ ਕਿਹਾ, ਤੇ ਉਹਨੇ ਬੀਜੇਪੀ ਚੁਣ ਲਈ। ਔਰ ਇਹਦੇ ਲਈ ਦਿੱਲੀ ਦੇ ਆਪਣੇ ਆਪ ਨੂੰ ਸਿੱਖ ਅਖਵਾਉਣ ਵਾਲੇ ਆਗੂ ਵੀ ਜਿਨ੍ਹਾਂ ਨੇ ਜ਼ਮੀਨ ਤਿਆਰ ਕੀਤੀ ਉਹਨੂੰ ਬੀਜੇਪੀ 'ਚ ਜਾਣ ਵਾਸਤੇ ਮਜਬੂਰ ਕਰਨ ਲਈ, ਉਹ ਵੀ ਜ਼ਿੰਮੇਵਾਰ ਹੈ, ਔਰ ਇਹ ਉਹਨਾਂ ਦੀ ਰਾਜਨੀਤਿਕ ਭੁੱਲ ਵੀ ਹੈ। ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੇ ਖਾਲਸਾ ਸਾਜਨਾ ਦਿਵਸ ਮੌਕੇ ਪਾਕਿਸਤਾਨ ਸਥਿਤ ਗੁਰਧਾਮਾਂ ਦੀ ਯਾਤਰਾ ਦੇ ਲਈ ਸ਼ਰਧਾਲੂਆਂ ਦਾ ਜਥਾ ਭੇਜਣ ਸੰਬੰਧੀ ਪ੍ਰਕਿਰਿਆ ਆਰੰਭ ਕਰ ਦਿੱਤੀ ਹੈ। ਸ਼੍ਰੋਮਣੀ ਕਮੇਟੀ ਦੇ ਵੱਲੋਂ ਹਰ ਸਾਲ 4 ਜਥੇ ਪਾਕਿਸਤਾਨ ਦੇ ਲਈ ਗੁਰਧਾਮਾਂ ਦੀ ਯਾਤਰਾ ਦੇ ਲਈ ਭੇਜੇ ਜਾਂਦੇ ਨੇ, ਜਿਨ੍ਹਾਂ ਦੇ ਵਿੱਚ ਖਾਲਸਾ ਸਾਜਨਾ ਦਿਹਾੜਾ ਵੀ ਸ਼ਾਮਿਲ ਹੈ। ਇਸ ਸੰਬੰਧ ਦੇ ਵਿੱਚ ਸ਼ਰਧਾਲੂਆਂ ਪਾਸੋਂ ਪਾਸਪੋਰਟ ਦੀ ਮੰਗ ਕੀਤੀ ਗਈ ਹੈ। ਸ਼੍ਰੋਮਣੀ ਕਮੇਟੀ ਦੇ ਸਕੱਤਰ ਮੀਡੀਆ ਸਰਦਾਰ ਕੁਲਵਿੰਦਰ ਸਿੰਘ ਰਮਦਾਸ ਨੇ ਜਾਣਕਾਰੀ ਦਿੰਦੇ ਹੋਏ ਦੱਸਿਆ ਹੈ ਕਿ ਖਾਲਸਾ ਸਾਜਨਾ ਦਿਵਸ ਵਿਸਾਖੀ ਮੌਕੇ ਅਪ੍ਰੈਲ 2022 ਦੇ ਵਿੱਚ ਸ਼ਰਧਾਲੂਆਂ ਦਾ ਜਥਾ ਪਾਕਿਸਤਾਨ ਭੇਜਿਆ ਜਾਵੇਗਾ। ਇਸ ਸੰਬੰਧ ਦੇ ਵਿੱਚ ਗੁਰਦੁਆਰਾ ਸ਼੍ਰੀ ਪੰਜਾ ਸਾਹਿਬ ਵਿਖੇ ਵਿਸ਼ੇਸ਼ ਸਮਾਗਮ ਹੋਣਗੇ, ਜਦਕਿ ਜਥਾ ਹੋਰਨਾਂ ਗੁਰਧਾਮਾਂ ਦੇ ਵੀ ਦਰਸ਼ਨ ਕਰੇਗਾ। ਉਹਨਾਂ ਨੇ ਕਿਹਾ ਹੈ ਕਿ ਇਸ ਦਿਹਾੜੇ ਮੌਕੇ ਜਿਹੜੇ ਸ਼ਰਧਾਲੂ ਪਾਕਿਸਤਾਨ ਜਾਣਾ ਚਾਹੁੰਦੇ ਨੇ ਉਹ ਆਪਣੇ ਪਾਸਪੋਰਟ 31 ਦਸੰਬਰ ਤੱਕ ਸ਼੍ਰੋਮਣੀ ਕਮੇਟੀ ਦਫ਼ਤਰ ਦੇ ਵਿੱਚ ਯਾਤਰਾ ਵਿਭਾਗ ਵਿਖੇ ਜਮ੍ਹਾਂ ਕਰਵਾ ਸਕਦੇ ਨੇ। ਉਹਨਾਂ ਨੇ ਦੱਸਿਆ ਹੈ ਕਿ ਸ਼ਰਧਾਲੂਆਂ ਦੇ ਲਈ ਆਪੋ ਆਪਣੇ ਹਲਕੇ ਦੇ ਸ਼੍ਰੋਮਣੀ ਕਮੇਟੀ ਮੈਂਬਰਾਂ ਪਾਸੋਂ ਸਿਫਾਰਿਸ਼ ਕਰਵਾਉਣੀ ਜ਼ਰੂਰੀ ਹੈ ਅਤੇ ਇਸ ਦੇ ਨਾਲ ਹੀ ਆਪਣੀ ਪਛਾਣ ਦੇ ਸਬੂਤ ਵਜੋਂ ਆਧਾਰ ਕਾਰਡ ਜਾਂ ਵੋਟਰ ਕਾਰਡ ਦੀ ਕਾਪੀ ਵੀ ਜਮ੍ਹਾਂ ਕਰਵਾਉਣ। ਉਹਨਾਂ ਨੇ ਕਿਹਾ ਕਿ ਪਾਕਿਸਤਾਨ ਦੇ ਗੁਰਧਾਮਾਂ ਦੀ ਯਾਤਰਾ ਦੇ ਚਾਹਵਾਨ ਸ਼ਰਧਾਲੂ 31 ਦਸੰਬਰ ਤੋਂ ਪਹਿਲਾਂ ਆਪਣੇ ਪਾਸਪੋਰਟ ਜਮ੍ਹਾਂ ਕਰਵਾਉਣ ਤਾਂ ਜੋ ਵੀਜ਼ਾ ਪ੍ਰਕਿਰਿਆ ਸੰਬੰਧੀ ਕਾਰਵਾਈ ਸਮੇਂ ਸਿਰ ਕੀਤੀ ਜਾ ਸਕੇ। ਕਾਂਗਰਸ ਦੀ ਪ੍ਰਧਾਨ ਮਹਿਲਾ ਵਿੰਗ ਦੀ ਪ੍ਰਧਾਨ ਬਣੀ ਬਲਬੀਰ ਰਾਣੀ ਸੋਢੀ ਅੰਮ੍ਰਿਤਸਰ ਕਾਂਗਰਸ ਭਵਨ ਪਹੁੰਚੀ ਹੈ, ਜਿੱਥੇ ਅੰਮ੍ਰਿਤਸਰ ਦੀ ਮਹਿਲਾ ਵਿੰਗ ਦੀ ਪ੍ਰਧਾਨ ਸ਼ਿਵਾਨੀ ਸ਼ਰਮਾ ਦੇ ਵੱਲੋਂ ਉਹਨਾਂ ਦਾ ਹਾਰਦਿਕ ਸਵਾਗਤ ਕੀਤਾ ਗਿਆ। ਇਸ ਦੌਰਾਨ ਪੱਤਰਕਾਰਾਂ ਦੇ ਨਾਲ ਗੱਲਬਾਤ ਕਰਦੇ ਹੋਏ ਬਲਬੀਰ ਕੌਰ ਰਾਣੀ ਸੋਢੀ ਨੇ ਕਿਹਾ ਕਿ ਉਹ ਆਪਣੀ ਕਾਂਗਰਸ ਹਾਈ ਕਮਾਂਡ ਦਾ ਧੰਨਵਾਦ ਕਰਦੇ ਨੇ, ਜਿਨ੍ਹਾਂ ਨੇ ਉਹਨਾਂ ਨੂੰ ਇਹ ਜ਼ਿੰਮੇਵਾਰੀ ਸੌਂਪੀ ਹੈ। ਉਹਨਾਂ ਨੇ ਕਿਹਾ ਕਿ ਜਿਸ ਤਰ੍ਹਾਂ ਪੰਜਾਬ ਦੇ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਨੇ ਘੱਟ ਸਮੇਂ ਦੇ ਵਿੱਚ ਪੰਜਾਬ ਦੇ ਲਈ ਵਿਕਾਸ ਕਾਰਜ ਕੀਤੇ ਨੇ, ਉਸੇ ਤਰ੍ਹਾਂ ਹੀ ਉਹ ਵੀ ਘੱਟ ਸਮੇਂ ਦੇ ਵਿੱਚ ਲੋਕ ਭਲਾਈ ਦੇ ਵੱਧ ਤੋਂ ਵੱਧ ਕੰਮ ਕਰਨਗੇ। ਇਸ ਦੇ ਨਾਲ ਹੀ ਉਹਨਾਂ ਨੇ ਕਿਹਾ ਕਿ ਜਦੋਂ ਹੀ ਉਹਨਾਂ ਨੂੰ ਪੰਜਾਬ ਮਹਿਲਾ ਵਿੰਗ ਪ੍ਰਧਾਨਗੀ ਦੀ ਜ਼ਿੰਮੇਵਾਰੀ ਮਿਲੀ, ਉਦੋਂ ਹੀ ਉਹਨਾਂ ਨੇ ਡਿਸਟ੍ਰਿਕਟ ਪ੍ਰਧਾਨਾਂ ਦੀ ਇੱਕ ਮੀਟਿੰਗ ਸੱਦ ਕੇ ਉਹਨਾਂ ਨੂੰ ਇੱਕੋ ਹੀ ਗੱਲ ਕਹੀ ਹੈ, 2 ਮਹੀਨੇ ਦੇ ਸਮੇਂ ਦੇ ਵਿੱਚ ਦਿਨ ਰਾਤ ਇੱਕ ਕਰਕੇ ਪੰਜਾਬ ਦੀ ਤਰੱਕੀ ਦੇ ਲਈ ਯਤਨਸ਼ੀਲ ਰਹਾਂਗੇ। ਇਸ ਦੇ ਨਾਲ ਹੀ ਉਹਨਾਂ ਨੇ ਕਿਹਾ ਕਿ ਜੋ ਆਮ ਆਦਮੀ ਪਾਰਟੀ ਦੇ ਮੁਖੀ ਅਰਵਿੰਦ ਕੇਜਰੀਵਾਲ ਦੇ ਵੱਲੋਂ ਮਹਿਲਾਵਾਂ ਨੂੰ 1000 ਰੁਪਇਆ ਪ੍ਰਤੀ ਮਹੀਨਾ ਦੇਣ ਦੇ ਸੁਪਨੇ ਦਿਖਾਏ ਜਾ ਰਹੇ ਨੇ, ਉਹ ਸੁਪਨੇ ਸਿਰਫ ਸੁਪਨੇ ਹੀ ਰਹਿ ਜਾਣਗੇ। ਸਭ ਤੋਂ ਪਹਿਲਾਂ ਤਾਂ ਮੈਂ ਕਾਂਗਰਸ ਹਾਈ ਕਮਾਂਡ ਦਾ ਤਹਿ ਦਿਲ ਤੋਂ ਧੰਨਵਾਦ ਕਰਦੀ ਹਾਂ ਕਿ ਜਿਨ੍ਹਾਂ ਨੇ ਮੈਨੂੰ ਇੱਡੀ ਵੱਡੀ ਰਿਸਪੌਂਸਿਬਿਲਿਟੀ ਸੰਭਾਲਣ ਦੇ ਯੋਗ ਸਮਝਿਆ। ਉਸ ਤੋਂ ਬਾਅਦ ਅੱਜ ਮੈਂ ਗੁਰੂ ਮਹਾਰਾਜ ਜੀ ਦਾ ਆਸ਼ੀਰਵਾਦ ਲੈਣ ਆਈ ਹਾਂ, ਕਿਉਂਕਿ ਪੰਜਾਬ ਦਾ ਦੌਰਾ ਸ਼ੁਰੂ ਕਰਨਾ ਸੀ ਤੇ ਸਲੂਟ ਕਰਦੀ ਹਾਂ ਉਹਨਾਂ ਸ਼ਹੀਦਾਂ ਨੂੰ ਜਿਨ੍ਹਾਂ ਨੇ ਆਪਣੀਆਂ ਜਾਨਾਂ ਕੁਰਬਾਨ ਕਰਕੇ ਪੰਜਾਬ ਨੂੰ ਬਚਾਇਆ, ਦੇਸ਼ ਨੂੰ ਬਚਾਇਆ। ਬਾਕੀ ਰਹੀ ਗੱਲ ਟਾਈਮ ਬਹੁਤ ਘੱਟ ਆ, ਬਿਲਕੁਲ ਟਾਈਮ ਬਹੁਤ ਘੱਟ ਆ, ਬਟ ਇਸ ਟਾਈਮ ਦੇ ਹਿਸਾਬ ਦੇ ਨਾਲ ਸਾਡੇ ਸਾਹਮਣੇ ਐਗਜ਼ਾਮਪਲ ਆ ਸਾਡੇ ਸੀਐਮ ਸਾਹਿਬ ਸਰਦਾਰ ਚਰਨਜੀਤ ਸਿੰਘ ਜੀ ਚੰਨੀ ਜੀ, ਜਿਨ੍ਹਾਂ ਨੇ ਬਹੁਤ ਥੋੜੇ ਸਮੇਂ ਦੇ ਵਿੱਚ ਜਿਹੜਾ ਪੰਜਾਬ ਦੀ ਹਵਾ ਦਾ ਜਿਹੜਾ ਰੁਖ ਆ ਉਹ ਚੇਂਜ ਕਰਤਾ। ਤੁਹਾਨੂੰ ਸਭ ਨੂੰ ਪਤਾ, ਕਿਉਂਕਿ ਕਾਂਗਰਸ ਦੀ ਜਿਹੜੀ ਸਰਕਾਰ ਆ ਉਹ ਰਿਪੀਟ ਹੋਣ ਜਾ ਰਹੀ ਆ। ਜਿਵੇਂ ਸਾਡੇ ਸੀਐਮ ਸਾਹਿਬ ਕਹਿੰਦੇ ਨਾ ਸੌਣਾ ਨਾ ਸੌਣ ਦੇਣਾ, ਮੈਂ ਪਹਿਲੇ ਦਿਨੇ ਡਿਸਟ੍ਰਿਕਟ ਪ੍ਰੈਜ਼ੀਡੈਂਟਸ ਦੀ ਮੀਟਿੰਗ ਕੀਤੀ ਸੀ ਆਪਣੇ ਘਰ, ਸੋ ਉਹਨਾਂ ਤੋਂ ਵੀ ਪਹਿਲਾਂ ਹੀ ਮੈਂ ਇਹ ਗੱਲ ਕਹਿਤੀ ਸੀ ਕਿ ਕਾਫੀ ਲੰਬੇ ਸਮੇਂ ਤੋਂ ਆਪਾਂ ਮਹਿਲਾ ਕਾਂਗਰਸ ਬਹੁਤ ਲੰਬੀ ਬ੍ਰੇਕ ਤੇ ਚੱਲ ਰਹੀ ਸੀ। ਉਹ ਟਾਈਮ ਭੁੱਲ ਜਾਓ, ਨਾ ਮੈਂ ਸੌਣਾ ਨਾ ਸੌਣ ਦੇਣਾ। ਸੋ ਮਿਹਨਤ ਕਰਾਂਗੇ, ਚਾਂਸ ਬਹੁਤ ਬ੍ਰਾਈਟ ਆ ਕਾਂਗਰਸ ਪਾਰਟੀ ਦਾ।
ਸੱਚਖੰਡ ਸ੍ਰੀ ਦਰਬਾਰ ਸਾਹਿਬ ਜਿੱਥੇ ਰੋਜ਼ਾਨਾ ਹੀ ਲੱਖਾਂ ਦੀ ਗਿਣਤੀ ਦੇ ਵਿੱਚ ਸ਼ਰਧਾਲੂ ਨਤਮਸਤਕ ਹੋਣ ਦੇ ਲਈ ਆਉਂਦੇ ਨੇ, ਇਸ ਦੇ ਨਾਲ ਹੀ ਕਈ ਬਾਲੀਵੁੱਡ ਅਦਾਕਾਰ ਵਿਦੇਸ਼ੀ ਡੈਲੀਗੇਸ਼ਨ ਦੇ ਲਈ ਵਿਦੇਸ਼ੀ ਸੈਲਾਨੀ ਰੋਜ਼ਾਨਾ ਨਤਮਸਤਕ ਹੋਣ ਪਹੁੰਚਦੇ ਨੇ। ਅੱਜ ਭਾਰਤ ਦੇ ਰਾਸ਼ਟਰਪਤੀ ਵੱਲੋਂ ਪਦਮ ਭੂਸ਼ਣ ਸਨਮਾਨ ਹਾਸਲ ਕਰਨ ਵਾਲੇ ਮਾਈਨੋਰਿਟੀ ਕਮਿਸ਼ਨ ਦੇ ਚੇਅਰਮੈਨ ਸਰਦਾਰ ਤਰਲੋਚਨ ਸਿੰਘ ਵੀ ਆਪਣੇ ਵਫਦ ਦੇ ਨਾਲ ਸੱਚਖੰਡ ਸ੍ਰੀ ਦਰਬਾਰ ਸਾਹਿਬ ਨਤਮਸਤਕ ਹੋਣ ਲਈ ਪਹੁੰਚੇ ਨੇ। ਇਸ ਦੌਰਾਨ ਉਹਨਾਂ ਇਲਾਹੀ ਬਾਣੀ ਦਾ ਕੀਰਤਨ ਸਰਵਣ ਕੀਤਾ ਹੈ, ਜਿਸ ਤੋਂ ਬਾਅਦ ਐਸਜੀਪੀਸੀ ਅਧਿਕਾਰੀਆਂ ਦੇ ਵੱਲੋਂ ਪਦਮ ਭੂਸ਼ਣ ਤਰਲੋਚਨ ਸਿੰਘ ਨੂੰ ਸਨਮਾਨਿਤ ਵੀ ਕੀਤਾ ਗਿਆ ਅਤੇ ਪੱਤਰਕਾਰਾਂ ਦੇ ਨਾਲ ਗੱਲਬਾਤ ਕਰਦੇ ਹੋਏ ਪਦਮ ਭੂਸ਼ਣ ਤਰਲੋਚਨ ਸਿੰਘ ਨੇ ਕਿਹਾ ਕਿ ਉਹ ਭਾਰਤ ਦੇ ਇਕੱਲੇ ਅਜਿਹੇ ਸਿੱਖ ਨੇ ਜਿਨ੍ਹਾਂ ਨੂੰ ਭਾਰਤ ਦੇ ਰਾਸ਼ਟਰਪਤੀ ਦੇ ਵੱਲੋਂ ਪਦਮ ਭੂਸ਼ਣ ਸਨਮਾਨਿਤ ਮਿਲਿਆ ਹੈ। ਇਸ ਦੇ ਨਾਲ ਹੀ ਉਹਨਾਂ ਨੇ ਕਿਹਾ ਕਿ ਜਦੋਂ ਸਿੱਖਾਂ ਨੂੰ ਸਿੱਖ ਮੈਰਿਜ ਐਕਟ ਦਾ ਕਾਨੂੰਨ ਨਹੀਂ ਸੀ ਮਿਲ ਰਿਹਾ ਤਾਂ ਉਸ ਸਮੇਂ ਇਹਨਾਂ ਵੱਲੋਂ ਮੈਂਬਰ ਪਾਰਲੀਮੈਂਟ ਹੋਣ ਦੇ ਨਾਤੇ ਪਾਰਲੀਮੈਂਟ ਦੇ ਵਿੱਚ ਇਸ ਐਕਟ ਨੂੰ ਪਾਸ ਕਰਵਾਇਆ ਗਿਆ ਅਤੇ ਉਸ ਤੋਂ ਬਾਅਦ ਸਿੱਖਾਂ ਨੂੰ ਆਨੰਦ ਕਾਰਜ ਦਾ ਸਿੱਖ ਮੈਰਿਜ ਐਕਟ ਮਿਲਣਾ ਸ਼ੁਰੂ ਹੋਇਆ ਹੈ ਅਤੇ ਉਹ ਯੋਗਦਾਨ ਮੇਰੇ ਵੱਲੋਂ ਪਾਇਆ ਗਿਆ। ਮੈਂ ਆਪਣੇ ਆਪ ਨੂੰ ਵਡਭਾਗਯਸ਼ਾਲੀ ਸਮਝਦਾ ਹਾਂ। ਦੇਖੋ, ਮੈਨੂੰ ਭਾਰਤ ਸਰਕਾਰ ਨੇ ਪਦਮ ਭੂਸ਼ਣ ਦਾ ਸਨਮਾਨ ਦਿੱਤਾ। ਇਸ ਸਾਲ ਇੱਕੋ ਮੈਂ ਹੀ ਸਿੱਖ ਹਾਂ ਸਾਰੇ ਇੰਡੀਆ 'ਚ ਜਿਹਨੂੰ ਇਹ ਸਨਮਾਨ ਮਿਲਿਆ ਔਰ ਟੋਟਲ ਇੰਡੀਆ ਦੇ 10 ਬੰਦਿਆਂ ਨੂੰ ਸਨਮਾਨ ਮਿਲਿਆ ਜੀ ਤੇ ਉਹਦਾ 'ਚ ਮੇਰਾ ਵੀ ਨਾਂ ਆ ਗਿਆ। ਤਾਂ ਮੈਂ ਤਾਂ ਇਹ ਸਮਝਦਾ ਕਿ ਮੈਨੂੰ ਇਸ ਉਮਰ 'ਚ, ਕਿਉਂਕਿ ਮੈਂ ਬਹੁਤ ਪਿਛਲੇ 60 ਸਾਲ ਤੋਂ ਜੋ ਸੇਵਾ ਪਹਿਲਾਂ ਗੌਰਮੈਂਟ ਸਰਵਿਸ ਵਿੱਚ, ਫਿਰ ਹੋਰ ਵੱਖ-ਵੱਖ ਮਹਿਕਮਿਆਂ 'ਚ ਕਰ ਰਹੀ, ਪਾਰਲੀਮੈਂਟ ਦੇ ਮੈਂਬਰ ਵੀ ਰਿਹਾ, ਮਿਨਾਰਟੀ ਕਮਿਸ਼ਨ ਦਾ ਚੇਅਰਮੈਨ ਵੀ ਰਿਹਾ, ਦਿੱਲੀ ਟੂਰਿਜ਼ਮ ਦਾ ਚੇਅਰਮੈਨ MD ਵੀ ਰਿਹਾ, ਬੜੀਆਂ ਹੋਰ ਮੇਰੀਆਂ ਖੇਡਾਂ ਵਿੱਚ ਵਾਈਸ ਪ੍ਰੈਜ਼ੀਡੈਂਟ ਇੰਡੀਅਨ ਓਲੰਪਿਕ ਰਿਹਾ। ਸੋ ਬੜੀ ਗੁਰੂ ਦੀ ਬਖਸ਼ਿਸ਼ ਰਹੀ ਕਿ ਮੈਂ ਤੇ ਇਹ ਸਨਮਾਨ ਭਾਰਤ ਸਰਕਾਰ ਨੇ। ਲੇਕਿਨ ਜੋ ਮੈਂ ਅਸਲ ਖੁਸ਼ੀ ਹੈ ਉਹ ਮੈਂ ਸਾਂਝੀ ਇਹ ਕਰ ਰਿਹਾ ਕਿ ਭਾਰਤ ਸਰਕਾਰ ਨੇ ਜੋ ਦਿੱਤਾ ਉਹਨਾਂ ਦਾ ਸ਼ੁਕਰੀਆ, ਲੇਕਿਨ ਮੈਨੂੰ ਜਿਹੜਾ ਸਨਮਾਨ ਕੌਮ ਨੇ ਦਿੱਤਾ ਕਿ ਦੁਨੀਆ ਦੀ ਕੋਈ ਸਿੱਖ ਸੰਸਥਾ ਐਸੀ ਨਹੀਂ ਜਿਹਨੇ ਇਸ ਗੱਲ ਦਾ ਖੁਸ਼ੀ ਦਾ ਪ੍ਰਗਟਾਵਾ ਨਾ ਕੀਤਾ ਹੋਵੇ ਤੇ ਮੈਨੂੰ ਵਧਾਈ ਨਾ ਦਿੱਤੀ ਹੋਵੇ। ਤੇ ਮੈਂ ਇਸ ਗੱਲ ਲਈ ਉੱਥੇ ਦਿੱਲੀ ਵੀ ਪ੍ਰਧਾਨ ਮੰਤਰੀ ਤੱਕ ਵੀ ਤੇ ਹੋਰ ਥਾਂ ਇੱਕੋ ਗੱਲ ਕਹੀ ਕਿ ਜਿਹੜੀ ਸਾਡੀ ਘੱਟ ਗਿਣਤੀ ਕੌਮ ਕੋਈ ਹੋਵੇ, ਮਿਨਾਰਟੀ ਹੋਵੇ, ਜਦੋਂ ਸਰਕਾਰ ਜਾਂ ਕੋਈ ਸਰਕਾਰ ਕਿਸੇ ਪਾਰਟੀ ਦੀ ਹੋਵੇ ਉਹ ਸਰਕਾਰ ਹੀ ਹੁੰਦੀ ਹੈ। ਉਹ ਜਦੋਂ ਮਿਨਾਰਟੀ ਦੇ ਲੋਕਾਂ ਦੀ ਚੋਣ ਕਰਦੀ ਹੈ ਨਾ ਕਿਸੇ ਮਾਣ ਲਈ, ਤੇ ਕਮ ਸੇ ਕਮ ਇਹ ਸੋਚ ਕੇ ਕਰੇ ਕਿ ਜਿਹੜੇ ਬੰਦੇ ਚੁਣੇ ਜਾਣ ਕੀ ਉਹਨਾਂ ਦੀ ਕੌਮ ਵਿੱਚ ਵੀ ਕਦਰ ਹੈ। ਵੀ ਜੇ ਤੁਹਾਡੇ ਰੂਟਸ ਆਪਣੀ ਕੌਮ ਵਿੱਚ ਨਹੀਂ ਤਾਂ ਉਹ ਪਾਰਟੀ ਜਾਂ ਸਰਕਾਰ ਜਿਹਨਾਂ ਲੋਕਾਂ ਨੂੰ ਜਾਂਦੀ ਉਹ ਸਰਕਾਰ ਨੂੰ ਕੋਈ ਲਾਭ ਨਹੀਂ ਮਿਲਦਾ। ਲੁਧਿਆਣਾ ਮੁੱਲਾਪੁਰ ਦਾਖਾ ITI ਦਾ ਉਦਘਾਟਨ ਕਰਨ ਪਹੁੰਚੇ ਕੈਬਨਿਟ ਮੰਤਰੀ ਰਾਣਾ ਗੁਰਜੀਤ ਨੇ ਕਿਹਾ ਕਿ ਮੈਂ ਕੈਪਟਨ ਖਿਲਾਫ ਨਹੀਂ ਬੋਲ ਸਕਦਾ ਕੋਈ ਵੀ ਗੱਲ। ਉਹਨਾਂ ਨੇ ਕਿਹਾ ਕਿ ਕੈਪਟਨ ਮੇਰੇ ਗੁਰੂ ਦਿੱਲੀ ਦੇ ਮੁੱਖ ਮੰਤਰੀ ਕੇਜਰੀਵਾਲ ਤੇ ਉਹਨਾਂ ਨੇ ਬਹੁਤ ਸਾਰੇ ਤੰਜ ਕੱਸੇ ਨੇ। ਲੁਧਿਆਣਾ ਦੇ ਵਿਧਾਨ ਸਭਾ ਹਲਕਾ ਮੁੱਲਾਪੁਰ ਦਾਖਾ ਦੇ ਪਿੰਡ ਸਵੱਦੀ ਦੇ ਵਿੱਚ ਪੰਜਾਬ ਦੇ ਕੈਬਨਿਟ ਮੰਤਰੀ ਰਾਣਾ ਗੁਰਜੀਤ ਅੱਜ ਕਰੋੜਾਂ ਰੁਪਏ ਦੀ ਲਾਗਤ ਦੇ ਨਾਲ ਬਣੀ ITI ਦਾ ਉਦਘਾਟਨ ਕਰਨ ਦੇ ਲਈ ਪਹੁੰਚੇ। ਇਸ ਦੌਰਾਨ ਉਹਨਾਂ ਨੇ ਕਿਹਾ ਕਿ ਕੈਪਟਨ ਅਮਰਿੰਦਰ ਸਿੰਘ ਉਹਨਾਂ ਦੇ ਗੁਰੂ ਅਤੇ ਉਹਨਾਂ ਦੇ ਖਿਲਾਫ ਕੋਈ ਵੀ ਸ਼ਬਦ ਨਹੀਂ ਬੋਲਿਆ। ਉਧਰ ਦੂਜੇ ਪਾਸੇ ਮੁੱਲਾਪੁਰ ਨੂੰ ਹਲਕੇ ਤੋਂ ਵਿਧਾਨ ਸਭਾ ਚੋਣਾਂ ਲੜ ਚੁੱਕੇ ਅਤੇ ਮੌਜੂਦਾ ਹਲਕਾ ਇੰਚਾਰਜ ਕੈਪਟਨ ਸੰਦੀਪ ਸੰਧੂ ਨੇ ਕਿਹਾ ਹੈ ਕਿ ਮਮਤਾ ਦਾ ਰਿਵਾਜ ਤਰ੍ਹਾਂ ਬੇਰੁਜ਼ਗਾਰੀ ਵੱਧ ਰਹੀ ਹੈ। ਅਜਿਹੇ ਦੇ ਵਿੱਚ ਨੌਜਵਾਨਾਂ ਨੂੰ ਸਕਿੱਲ ਦੇਣਾ ਬੇहद ਜ਼ਰੂਰੀ ਹੈ। ITI ਦਾ ਉਦਘਾਟਨ ਕਰਕੇ ਪਹੁੰਚੇ ਕੈਬਨਿਟ ਮੰਤਰੀ ਰਾਣਾ ਗੁਰਜੀਤ ਨੇ ਕਿਹਾ ਹੈ ਕਿ ਪੰਜਾਬ ਦੇ ਨੌਜਵਾਨਾਂ ਨੂੰ ਤਕਨੀਕੀ ਸਿੱਖਿਆ ਦੇਣੀ ਬੇहद ਜ਼ਰੂਰੀ ਹੈ। ਇਸ ਦੌਰਾਨ ਜਦੋਂ ਉਹਨਾਂ ਨੂੰ ਕੈਪਟਨ ਅਮਰਿੰਦਰ ਸਿੰਘ ਨਵੀਂ ਪਾਰਟੀ ਬਣਾਉਣ ਤੇ ਸਵਾਲ ਕੀਤਾ ਗਿਆ ਤਾਂ ਰਾਣਾ ਗੁਰਜੀਤ ਨੇ ਕਿਹਾ ਕਿ ਉਹ ਕੈਪਟਨ ਦੇ ਵਿਰੁੱਧ ਕੁਝ ਵੀ ਨਹੀਂ ਕਹਿ ਸਕਦੇ ਕਿਉਂਕਿ ਉਹ ਮੇਰੇ ਗੁਰੂ ਨੇ, ਉਹਨਾਂ ਖਿਲਾਫ ਉਹ ਕੁਝ ਨਹੀਂ ਕਹਿਣਗੇ। ਇਸ ਦੌਰਾਨ ਹੀ ਮਨੀਸ਼ ਸਿਸੋਦੀਆ ਦੇ ਵੱਲੋਂ ਦਿੱਲੀ ਮਾਡਲ ਨੂੰ ਲੈ ਕੇ ਪੰਜਾਬ ਸਰਕਾਰ ਤੇ ਖੜੇ ਕੀਤੇ ਜਾ ਰਹੇ ਸਵਾਲਾਂ ਦੇ ਸੰਬੰਧ ਵਿੱਚ ਉਹਨਾਂ ਨੇ ਕਿਹਾ ਕਿ ਦਿੱਲੀ ਅਤੇ ਪੰਜਾਬ ਦੀ ਤੁਲਨਾ ਨਹੀਂ ਕੀਤੀ ਜਾ ਸਕਦੀ। ਉਹਨਾਂ ਕੇਜਰੀਵਾਲ ਦੇ ਵੱਲੋਂ ਮੁੱਖ ਮੰਤਰੀ ਚੰਨੀ ਨੂੰ ਨਕਲੀ ਕੇਜਰੀਵਾਲ ਕਹੇ ਜਾਣ ਦੀ ਵੀ ਨਿੰਦਿਆ ਕੀਤੀ ਹੈ। ਜਿਹੜਾ ਸਵੱਦੀ ਕਲਾਂ ਦਾ ITI ਆ, ਇਹ ਦਾਖਾ ਸਾਹਿਬ ਨੇ ਅੱਜ ਤੋਂ ਮੇਰੇ ਖਿਆਲ 30 ਸਾਲ ਪਹਿਲਾਂ 25 ਸਾਲ 1996 ਚ ਇਹ ਖੋਲ੍ਹਣ ਦੀ ਤਜਵੀਜ਼ ਮਨਜ਼ੂਰ ਕਰਾਇਆ, ਲੇਕਿਨ ਸਮਾਂ ਉਹਦੀ ਇੱਧਰ ਫਿਰ ਨਿਗਲੈਕਟ ਹੋ ਗਿਆ। ਮੈਨੂੰ ਖੁਸ਼ੀ ਆ ਕਿ ਸੰਦੀਪ ਸਿੰਘ ਸੰਧੂ ਜਿਹੜੇ ਦਾਖਾ ਹਲਕੇ ਤੋਂ ਸਾਡੇ ਪ੍ਰੈਜ਼ੈਂਟ ਹਲਕਾ ਇੰਚਾਰਜ ਨੇ, ਇਲਾਕੇ ਨੂੰ ਸਾਂਭ ਰਹੇ ਨੇ, ਉਹਨਾਂ ਨੇ ਆਪਣੀ ਮਿਹਨਤ ਕਰਕੇ ਜ਼ੋਰ ਪਾ ਕੇ
क्योंकि ITI लियाना कोई सौखी गल नहीं, और ये अगर नहीं होया सी तां रद्द सी ते उहनूं मुड़ सुरजीवित करना उस फाइल नूं बड़ा औखा काम सी। ते इन्हां दी मेहनत ते सदके अज इत्थे इहदा नींह पत्थर रखण लई आए हैं, और बहुत जंगी पद्धर ते इहदा काम चलेगा। और ये मुकम्मल करन ते बाद असीं जिन्ने ITIs हैगे ने उन्हां च, और ਜਿਹੜੇ ਅਸੀਂ ਨਵੇਂ ਬਣਾਉਣ ਜਾ ਰਹੇ ਹਾਂ, ਮੇਰੀ ਇੱਕੋ ਕੋਸ਼ਿਸ਼ ਹੈ ਕਿ ਵੀ ਉਹਦਾ ਚੇਅਰਮੈਨ ਜਿਹੜਾ ਹੋਵੇ ਉਹ ਇੱਕ ਇੰਡਸਟਰੀਲਿਸਟ ਹੋਣਾ ਚਾਹੀਦਾ। ਨਹੀਂ, ਕਨਸੈਪਟ ਤਾਂ ਅਲੱਗ ਹੈਗਾ, ਪਰ ਮੈਂ ਇੱਥੇ ਤੁਹਾਨੂੰ ਧਿਆਨ 'ਚ ਲੈ ਕੇ ਆਉਣਾ ਚਾਹੁੰਦਾ ਕਿ ਸਵੱਦੀ ਕਲਾਂ ਜਿਹੜਾ ਪਿੰਡ ਹੈਗਾ, ਉਹ ਸਾਡੇ ਜਿਹੜੇ ਮਰਹੂਮ ਮੁੱਖ ਮੰਤਰੀ ਸਾਹਿਬ ਹੈਗੇ ਸਰਦਾਰ ਬੇਅੰਤ ਸਿੰਘ ਜੀ, ਉਹਨਾਂ ਦਾ ਸਹੁਰਾ ਪਿੰਡ ਹੈਗਾ ਜੀ। ਔਰ ਦਾਖਾ ਸਾਹਿਬ ਉਹਨਾਂ ਦੇ ਨਾਲ ਬਤੌਰ ਪੋਲੀਟੀਕਲ ਸੈਕਟਰੀ, ਬਤੌਰ OSD ਰਹੇ ਹੈਗੇ ਆ। ਇਹ ਜਿਹੜੀ ITI ਅੱਜ ਜਿਹਦਾ ਆਪਾਂ ਉਦਘਾਟਨ ਕਰਨ ਜਾ ਰਹੇ ਹਾਂ, ਜਦੋਂ ਸਰਦਾਰ ਸਾਹਿਬ ਚਲੇ ਗਏ ਸੀ ਇਸ ਦੁਨੀਆ ਤੋਂ, ਉਸ ਤੋਂ ਬਾਅਦ ਇਹਨਾਂ ਦੇ ਇਹ MLA ਸੀ ਇੱਥੋਂ ਦਾਖਾ ਸਾਹਿਬ, ਔਰ ਮੁੱਖ ਮੰਤਰੀ ਸਾਡੀ ਬੀਬੀ ਰਜਿੰਦਰ ਕੌਰ ਪੱਟਲ ਜੀ ਸੀ। ਇਹਨਾਂ ਦੇ ਯਤਨਾਂ ਸਦਕਾ ਉਹਨਾਂ ਦੀ ਯਾਦ ਵਿੱਚ ਇੱਥੇ ITI ਖੋਲ੍ਹਣ ਦਾ ਐਲਾਨ ਹੋਇਆ ਸੀ। ਜ਼ਮੀਨ ਵੀ ਅਲਾਟ ਹੋ ਗਈ ਸੀ ਔਰ 4 ਦੀਵਾਰੀ ਵੀ ਹੋ ਗਈ ਸੀ। ਜਗ੍ਹਾ ਹੋਰ ਸੀ, ਆਹ ਜਗ੍ਹਾ ਨਹੀਂ ਸੀ, ਪਰ ਉਹ ਸਰਕਾਰ ਬਦਲ ਗਈ, ਉਸ ਤੋਂ ਬਾਅਦ ਸਮਾਂ ਬਦਲ ਗਿਆ। 96 ਤੋਂ ਬਾਅਦ 4 ਸਾਲ 2000 ਤੱਕ, ਤੇ 22 ਸਾਲ 21 ਸਾਲ ਹੁਣ ਹੋ ਗਏ, 25 ਸਾਲ ਕਿਸੇ ਨੇ ਸਾਰ ਨਹੀਂ ਲਿੱਤੀ। ਇਹ ਜਿਹੜਾ ਇਸ਼ੂ ਸੀਗਾ, ਜਦੋਂ ਦਾ ਮੈਂ ਆਇਆ ਸੀਗਾ, ਮੈਂ ਸਾਰਿਆਂ ਦੇ ਯਤਨਾਂ ਕਰਕੇ, ਇਹਨਾਂ ਨੇ ਦਾਖਾ ਸਾਹਿਬ ਦੇ ਦੱਸਣ ਮੁਤਾਬਿਕ ਇਹਦੇ ਮਗਰ ਕਾਫੀ ਕੋਸ਼ਿਸ਼ ਚੱਲ ਰਹੀ ਸੀ। ਔਰ 6 ਮਹੀਨੇ ਪਹਿਲਾਂ ਜਿਹੜੀ ਕੈਬਨਿਟ ਹੈ ਸਾਡੀ ਪੰਜਾਬ ਸਰਕਾਰ ਨੇ ਇਸ ਜਗ੍ਹਾ ਨੂੰ ਮਨਜ਼ੂਰੀ ਦਿੱਤੀ, ਕੋਈ 3.25 ਕਰੋੜ ਰੁਪਈਆ ਬਿਲਡਿੰਗ ਦੀ ਬਣਾਉਣ ਦੀ ਵਿਵਸਥਾ ਲਈ, ਔਰ ਤਕਰੀਬਨ 3.5 ਕਰੋੜ ਰੁਪਈਆ ਜਿਹੜੀ ਮਸ਼ੀਨਰੀ ਆਉਣੀ ਹੈ ਇੱਥੇ ਲੱਗਣੀ ਆ ਕੇ, ਉਸ ਲਈ ਉਹਨਾਂ ਨੇ ਸੈਂਕਸ਼ਨ ਕੀਤਾ। ਜਗ੍ਹਾ ਅਲਾਟ ਹੋ ਗਈ, ਕੰਮ ਚੱਲ ਪਿਆ, ਟੈਂਡਰ ਲੱਗੇ ਹੋਏ ਹੈਗੇ, ਕੰਮ ਤੁਹਾਡੇ ਸਾਹਮਣੇ ਚੱਲ ਰਿਹਾ, ਔਰ 2 ਕੋਰਸਿਸ ਸ਼ੁਰੂ ਹੋ ਚੁੱਕੇ ਆ। ਪੈਂਡੇਮਿਕ ਕਰਕੇ, ਕਰੋਨਾ ਕਰਕੇ ਆਨਲਾਈਨ ਉਹਨਾਂ ਦੀਆਂ ਕਲਾਸਿਸ ਚੱਲ ਰਹੀਆਂ, ਪਰ ਜਨਵਰੀ 1 ਤੋਂ ਜਿਹੜੇ 2 ਟ੍ਰੇਡਸ ਉਹਨਾਂ ਦੀਆਂ ਜਿਹੜੀਆਂ ਕਲਾਸਾਂ ਹੈਗੀਆਂ ਉੱਥੋਂ ਸ਼ੁਰੂ ਹੋ ਜਾਣੀਆਂ ਹੈਗੀਆਂ। ਆਮ ਆਦਮੀ ਪਾਰਟੀ ਦੇ ਪੰਜਾਬ ਦੇ ਇੰਚਾਰਜ ਰਾਘਵ ਚੱਡਾ ਨੇ ਮੁੱਖ ਮੰਤਰੀ ਚੰਜੀਤ ਸਿੰਘ ਚੰਨੀ ਦੇ ਵਿਧਾਨ ਸਭਾ ਖੇਤਰ ਚਮਕੌਰ ਸਾਹਿਬ ਵਿੱਚ ਚੱਲ ਰਹੇ ਰੇਤ ਮਾਫੀਆ ਦੇ ਗੈਰ ਕਾਨੂੰਨੀ ਕਾਰੋਬਾਰ ਦਾ ਮਾਫੀਆ ਸਾਹਮਣੇ ਪਰਦਾਫਾਸ਼ ਕੀਤਾ ਹੈ। ਸ਼ਨੀਵਾਰ ਨੂੰ ਚੱਡਾ ਚਮਕੌਰ ਸਾਹਿਬ ਵਿਧਾਨ ਸਭਾ ਦੇ ਜਿੰਦਾਪੁਰ ਪਿੰਡ ਪਹੁੰਚੇ ਅਤੇ ਬਹੁਤ ਦਿਨਾਂ ਤੋਂ ਬੇਰੋਕ ਟੋਕ ਚੱਲ ਰਹੇ ਰੇਤ ਮਾਫੀਆ ਦੀ ਖੱਡ ਤੇ ਛਾਪਾ ਮਾਰਿਆ ਹੈ। ਮੀਡੀਆ ਨੂੰ ਸੰਬੋਧਨ ਕਰਦੇ ਹੋਏ ਰਾਘਵ ਚੱਡਾ ਨੇ ਕਿਹਾ ਕਿ ਮੁੱਖ ਮੰਤਰੀ ਬਣਨ ਤੋਂ ਬਾਅਦ ਚੰਨੀ ਨੇ ਕਿਹਾ ਸੀ ਰੇਤ ਮਾਫੀਆ ਮੇਰੇ ਕੋਲ ਨਾ ਆਵੇ। ਮੈਂ ਰੇਤ ਮਾਫੀਆ ਦਾ ਮੁੱਖ ਮੰਤਰੀ ਨਹੀਂ ਹਾਂ, ਪਰ ਮੁੱਖ ਮੰਤਰੀ ਬਣਦੇ ਹੀ ਉਹ ਆਪਣੇ ਵਾਅਦੇ ਤੋਂ ਪਲਟ ਗਏ ਨੇ। ਉਹਨਾਂ ਰੇਤ ਮਾਫੀਆ ਦੇ ਨਾਲ ਹੱਥ ਮਿਲਾ ਲਏ। ਮੁੱਖ ਮੰਤਰੀ ਚੰਨੀ ਦੀ ਸਰਪ੍ਰਸਤੀ ਦੇ ਵਿੱਚ ਹੀ ਰੇਤ ਮਾਫੀਆ ਖੁਦ ਉਹਨਾਂ ਦੇ ਖੇਤਰ ਦੇ ਵਿੱਚ ਕਾਰੋਬਾਰ ਚਲਾ ਰਿਹਾ ਹੈ। ਉਹਨਾਂ ਨੇ ਕਿਹਾ ਕਿ ਮੁੱਖ ਮੰਤਰੀ ਚੰਨੀ ਝੂਠ ਬੋਲਦੇ ਨੇ ਕਿ ਪੂਰੇ ਪੰਜਾਬ ਦੇ ਵਿੱਚ 5 ਰੁਪਏ ਪ੍ਰਤੀ ਫੁੱਟ ਰੇਤਾ ਮਿਲਦਾ ਹੈ, ਜਦੋਂ ਕਿ ਸੱਚਾਈ ਤਾਂ ਇਹ ਹੈ ਕਿ ਰੇਤ ਮਾਫੀਆ ਕਾਰਨ ਲੋਕਾਂ ਨੂੰ 20 ਤੋਂ 25 ਜਦ ਕਿ 25 ਤੋਂ 40 ਰੁਪਏ ਫੁੱਟ ਦੇ ਹਿਸਾਬ ਨਾਲ ਰੇਤਾ ਖਰੀਦਣਾ ਪੈ ਰਿਹਾ। ਉਹਨਾਂ ਨੇ ਮੁੱਖ ਮੰਤਰੀ ਤੇ ਨਿਸ਼ਾਨਾ ਲਾਉਂਦੇ ਹੋਏ ਕਿਹਾ ਕਿ रेत माफिया ਨੂੰ देख के लगता है कि दूध दी राखी बिल्ली कर रही है। इस समय हम पंजाब के मानयोग मुख्यमंत्री चरणजीत सिंह चन्नी साहब के हलके श्री चमकौर साहब के जिंदापुर पिंड में खड़े हैं और इस पिंड में सरेआम नाजायज इलीगल रेता माइनिंग चल रही है। मेरे पीछे आप देख सकते हैं दरिया है, रेता निकाला जा रहा है और पानी हटाकर उस रेते को पोकलेन जेसीबी में भरकर ले जाया जा रहा है ट्रकों में। चन्नी साहब जब मुख्यमंत्री बने तो उन्होंने कहा कि रेता माफिया मेरे पास ना आए, मैं रेता माफिया का मुख्यमंत्री नहीं हूं। लेकिन यहां तो नजर आ रहा है सरेआम रेता माफिया मुख्यमंत्री जी के संरक्षण में काम कर रहा है। ये लाइव रेड आज हमने मुख्यमंत्री जी के चन्नी साहब के अपने हलके में, उनके हलके के पिंड जिंदापुर में करी है। और मैं बता दूं कम से कम यहां से रोजाना हमारा अपना अनुमान है कि 800 से 1000 ट्रक, जिसे टिप्पर कहा जाता है, वो लेकर यहां से ले जाए जाते हैं। एक ट्रक में
800 फीट कम से कम रेता आता है, जो 5 रुपए से लेकर 40 रुपए तक मार्केट में कहते हैं कि बिकता है। मुख्यमंत्री जी ने जगह जगह होर्डिंग लगाए। चन्नी साहब कहते हैं कि रेता माफिया मेरे पास ना आए, मैं रेता माफिया का मुख्यमंत्री नहीं हूं, लेकिन यहां उनकी नाक के नीचे रेता माफिया चल रहा है। हमारे चन्नी साहब से कुछ सवाल हैं। पहला सवाल, चन्नी साहब, कितने समय से आपके हलके में ये अवैध इल्लीगल रेते की माइनिंग चल रही है? दूसरा सवाल, इस माइनिंग का क्या हिस्सा आप तक पहुंचता है, और पहुंचता है तो कितना हिस्सा, हर महीने कितने लाख रुपए, करोड़ रुपए चन्नी साहब को मिलते हैं? ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਨੇ ਚਰਨਜੀਤ ਸਿੰਘ ਚੰਨੀ ਨੂੰ ਟੈਂਪਰੇਰੀ ਮੁੱਖ ਮੰਤਰੀ ਦੱਸਿਆ ਹੈ। ਸੁਖਬੀਰ ਸਿੰਘ ਨੇ ਕਿਹਾ ਹੈ ਕਿ ਜਿਸ ਤਰ੍ਹਾਂ 5 ਸਾਲ ਤੱਕ ਕਾਂਗਰਸ ਨੇ ਪੰਜਾਬ ਅਤੇ ਪੰਜਾਬੀਆਂ ਦੀ ਲੁੱਟ ਕੀਤੀ ਹੈ, ਇਸ ਨੂੰ ਦੇਖਦੇ ਹੋਏ ਲੋਕ ਕਾਂਗਰਸ ਨੂੰ ਚੱਲਦਾ ਕਰਨ ਦੇ ਲਈ ਕਾਲੇ ਨੇ। ਖੰਨਾ ਦੇ ਵਿੱਚ ਵਿਸ਼ਾਲ ਰੈਲੀ ਨੂੰ ਸੰਬੋਧਨ ਕਰਦੇ ਹੋਏ ਸੁਖਬੀਰ ਸਿੰਘ ਬਾਦਲ ਨੇ ਕਿਹਾ ਕਿ ਪੰਜਾਬ ਦੇ ਵਿੱਚ ਬਦਲਾਅ ਦੀ ਲਹਿਰ ਚੱਲ ਰਹੀ ਹੈ। ਪਿਛਲੇ 5 ਸਾਲਾਂ ਤੱਕ ਪੰਜਾਬ ਦੇ ਵਿੱਚ ਸਰਕਾਰ ਦਾ ਨਾ ਕੋਈ ਚੀਜ਼ ਦੇਖਣ ਨੂੰ ਮਿਲੀ ਹੈ ਤੇ ਨਾ ਹੀ ਦੇਖਣ ਨੂੰ ਮਿਲੇਗੀ। ਝੂਠੀਆਂ ਸੌਹਾਂ ਅਤੇ ਠੱਗੀਆਂ ਮਾਰ ਕੇ 5 ਸਾਲ ਦੇ ਲਈ ਸਰਕਾਰ ਤਾਂ ਬਣਾ ਲਈ, ਪਰ 5 ਸਾਲ ਤੱਕ ਨਾ ਪੰਜਾਬ ਦੇ ਵਿੱਚ ਕਾਂਗਰਸ ਦਾ ਮੁੱਖ ਮੰਤਰੀ ਵਿਖਾਈ ਦਿੱਤਾ ਤੇ ਨਾ ਹੀ ਮੰਤਰੀ ਨਜ਼ਰ ਆਏ ਨੇ। ਕਾਂਗਰਸ ਨੇ ਆਪਣੇ ਰਾਜ ਦੇ ਵਿੱਚ ਸਿਰਫ ਲੋਕਾਂ ਨੂੰ ਲੁੱਟਣ ਦਾ ਹੀ ਕੰਮ ਕੀਤਾ ਹੈ। ਕਾਂਗਰਸ ਦੇ ਵਿਧਾਇਕ ਹੀ ਸਭ ਤੋਂ ਵੱਧ ਰੇਤ ਮਾਫੀਆ ਦੇ ਵਿੱਚ ਮਿਲੇ ਹੋਏ ਨੇ। ਮੈਨੂੰ ਤਕਰੀਬਨ 2 ਮਹੀਨੇ ਹੋ ਗਏ ਪੰਜਾਬ ਦੇ ਤਕਰੀਬਨ 60 ਹਲਕਿਆਂ ਤੋਂ ਵੱਧ ਮੈਂ ਜਾ ਚੁੱਕਾ ਹਾਂ। ਕਈ ਹਲਕਿਆਂ 'ਚ ਪੂਰਾ ਦਿਨ, ਕਈ ਹਲਕਿਆਂ 'ਚ ਰੈਲੀ। ਮੈਂ ਯਕੀਨ ਨਾ ਕਹਿ ਸਕਦਾ, ਇੱਕ ਬਹੁਤ ਤਕੜੀ ਲਹਿਰ ਚੱਲ ਰਹੀ ਹੈ ਬਦਲਾਅ ਕਰਨ ਦੀ। ਕਾਂਗਰਸ ਪਾਰਟੀ ਦੇ ਰਾਜ ਨੇ ਪੰਜਾਬ ਦਾ ਬੁਰਾ ਹਾਲ ਕਰ ਦਿੱਤਾ ਤੇ ਆਮ ਜਨਤਾ ਦਾ ਬੁਰਾ ਹਾਲ ਕਰ ਦਿੱਤਾ। ਸਹੀ ਮੈਨੇ ਤੇ ਸਰਕਾਰ ਹੈ ਹੀ ਨਹੀਂ ਪੰਜਾਬ 'ਚ। 5 ਸਾਲ ਕਾਂਗਰਸੀਆਂ ਨੇ ਝੂਠ ਬੋਲ ਕੇ, ਥੋੜੀਆਂ ਭਾਵਨਾ ਤੇ ਖੇਡ ਕੇ, ਝੂਠੀਆਂ ਸੌਹਾਂ ਖਾ ਕੇ, ਪੰਜਾਬ ਦੀ ਜਨਤਾ ਨੂੰ ਗੁੰਮਰਾਹ ਕਰਕੇ, ਠੱਗੀ ਮਾਰ ਕੇ ਸਰਕਾਰ ਬਣਾ ਲਈ। पर 5 साल दिखाई नहीं देते। 5 साल ना मुख्य मंत्री दिखाई दिता, ना इन्हां दे मंत्री दिखाई दिते। इक्को एक काम कीता इन्हां ने, लुट्टन दा काम कीता। जिन्ने इन्हां दे विधायक है, सब तो वड्डे रेत माफिया वो आप है। जिन्ने इन्हां दे विधायक है, खास करके थोड़ा इत्थों दा विधायक, जिवें तुसीं पता ही है, शराब दियां जाली फैक्ट्रियां ला के बैठे है, गुंडागर्दी दा राज कीता है। श्रोमणी अकाली दल दे वर्करां दे झूठे केस कीते है। आ सोचदे है कि केस करके श्रोमणी अकाली दल दे वर्करां नूं डरा देंगे या धमका देंगे, पर मेरा सिर झुकदा वर्करां दा, जिन्हां ने इन्हां दे नाल डट के मुकाबला कीता ते अज जिहड़ी एडी वड्डी लहर खड़ी हुई है, आपने वर्करां ने लहर खड़ी की है। चीफ खालसा दीवान प्रधान सरदार निर्मल सिंह ਦੇ ਦਿਸ਼ਾ ਨਿਰਦੇਸ਼ਾਂ ਦੇ ਅਨੁਸਾਰ ਚੀਫ ਖਾਲਸਾ ਦੀਵਾਨ ਦੇ ਮੋਢੀ ਸਿਰਜਕਾਂ ਦੇ ਵੱਲੋਂ ਪ੍ਰਮੁੱਖ ਸ਼ਖਸੀਅਤਾਂ ਅਤੇ ਮਹਾਨ ਸਾਹਿਤਕਾਰ ਡਾਕਟਰ ਭਾਈ ਵੀਰ ਸਿੰਘ ਜੀ ਦੇ ਜਨਮ ਦਿਹਾੜੇ ਮੌਕੇ ਚੀਫ ਖਾਲਸਾ ਦੀਵਾਨ ਦੇ ਗੁਰਦੁਆਰਾ ਸ਼੍ਰੀ ਕਲਗੀਧਰ ਸਾਹਿਬ ਵਿਖੇ ਧਾਰਮਿਕ ਸਮਾਗਮ ਦਾ ਆਯੋਜਨ ਕੀਤਾ ਗਿਆ, ਜਿਸ ਦੇ ਤਹਿਤ ਪਹਿਲਾਂ ਸੁਖਮਨੀ ਸਾਹਿਬ ਜੀ ਦਾ ਸੰਗਤੀ ਰੂਪ ਦੇ ਵਿੱਚ ਪਾਠ ਕੀਤਾ ਗਿਆ ਅਤੇ ਉਪਰੰਤ ਹਜ਼ੂਰੀ ਰਾਗੀ ਸ਼੍ਰੀ ਦਰਬਾਰ ਸਾਹਿਬ ਭਾਈ ਜਸਵਿੰਦਰ ਸਿੰਘ ਜੀ ਦੇ ਰਾਗੀ ਜਥੇ ਨੇ ਰੱਬੀ ਬਾਣੀ ਦਾ ਰਸ ਭਿੰਨਾ ਕੀਰਤਨ ਕਰਕੇ ਸੰਗਤਾਂ ਨੂੰ ਨਿਹਾਲ ਕੀਤਾ ਹੈ। ਇਸ ਮੌਕੇ ਤੇ ਪਦਮ ਸ਼੍ਰੀ ਅਤੇ ਪਦਮ ਭੂਸ਼ਣ ਸਨਮਾਨਿਤ ਦੇ ਨਾਲ ਨਿਵਾਜੇ ਗਏ ਸਰਦਾਰ ਤਰਲੋਚਨ ਸਿੰਘ, ਸਾਬਕਾ ਚੇਅਰਮੈਨ ਕੌਮੀ ਘੱਟ ਗਿਣਤੀ ਕਮਿਸ਼ਨ ਨੂੰ ਚੀਫ ਖਾਲਸਾ ਦੀਵਾਨ ਅਹੁਦੇਦਾਰਾਂ ਦੇ ਵੱਲੋਂ ਵਿਸ਼ੇਸ਼ ਤੌਰ ਤੇ ਸਨਮਾਨਿਤ ਕੀਤਾ ਗਿਆ। ਉੱਘੇ ਸਿੱਖ ਵਿਦਵਾਨ ਸਰਦਾਰ ਤਰਲੋਚਨ ਸਿੰਘ ਨੇ ਸਿੱਖਾਂ ਦੇ ਲਈ ਸਮਕਾਲੀ ਕਠਿਨ ਹਾਲਾਤਾਂ ਦੇ ਵਿੱਚ ਨਵ ਚੇਤਨਾ ਦੇ ਮੋਢੀ ਭਾਈ ਵੀਰ ਸਿੰਘ ਜੀ ਵੱਲੋਂ ਸਿੱਖੀ ਦੇ ਪ੍ਰਚਾਰ ਪ੍ਰਸਾਰ ਦੇ ਲਈ ਕੀਤੇ ਯਤਨਾਂ ਦੀ ਚਰਚਾ ਕੀਤੀ ਹੈ। ਉਹਨਾਂ ਨੇ ਕਿਹਾ ਹੈ ਕਿ ਇਨਸਾਨ ਦੀ ਜਿਤਨੀ ਧਰਮ ਪਰਿਪੱਕਤਾ ਸਹਿਜ ਰੂਪ ਦੇ ਵਿੱਚ ਬਾਲ ਅਵਸਥਾ ਦੇ ਵਿੱਚ ਵਿਦਿਆ ਰਾਹੀਂ ਕੀਤੀ ਜਾ ਸਕਦੀ ਹੈ, ਉਤਨੀ ਕਿਸੇ ਹੋਰ ਸਾਧਨ ਰਾਹੀਂ ਨਹੀਂ।
ਉਹਨਾਂ ਦੁੱਖ ਪ੍ਰਗਟ ਕੀਤਾ ਹੈ ਕਿ ਅੱਜ ਦੀ ਪੀੜ੍ਹੀ ਦੇ ਵੱਲੋਂ ਇੱਥੋਂ ਤੱਕ ਵੀ ਕਾਲਜਾਂ ਯੂਨੀਵਰਸਿਟੀਆਂ ਦੇ ਵਿੱਚ ਵੀ ਭਾਈ ਵੀਰ ਸਿੰਘ ਜੀ ਦੀਆਂ ਰਚਨਾਵਾਂ ਨੂੰ ਭੁਲਾਇਆ ਜਾ ਰਿਹਾ ਹੈ। ਉਹਨਾਂ ਸਿੱਖ ਵਿਰਸੇ ਅਤੇ ਇਤਿਹਾਸ ਨੂੰ ਸੰਭਾਲਣ ਦੇ ਲਈ ਭਾਈ ਵੀਰ ਸਿੰਘ ਜੀ ਵਰਗੀ ਪੰਥ ਪ੍ਰਦਰਸ਼ਕ ਸ਼ਖਸੀਅਤਾਂ ਨੂੰ ਹਮੇਸ਼ਾ ਯਾਦ ਰੱਖਣ ਅਤੇ ਸਿੱਖੀ ਦੇ ਪ੍ਰਚਾਰ ਪ੍ਰਸਾਰ ਦੇ ਲਈ ਸਿੱਖ ਸੰਸਥਾਵਾਂ ਦੇ ਵੱਲੋਂ ਵਿਸ਼ੇਸ਼ ਯਤਨ ਕਰਨ ਦੀ ਲੋੜ ਤੇ ਜ਼ੋਰ ਦਿੱਤਾ ਹੈ। ਕਿਸਾਨ ਕੋਲ ਦੇ ਅਹਿਮ ਮੋੜ ਤੇ ਅੱਜ ਇੱਥੇ ਬੀਬੀ ਗੁਲਾਬ ਕੌਰ ਨਗਰ ਵਿਖੇ ਪੱਕੇ ਸ਼ੈੱਡ ਦੇ ਵਿੱਚ ਹੋਏ ਭਰਤੀ ਕਿਸਾਨ ਯੂਨੀਅਨ ਦੀ ਵਿਸ਼ਾਲ ਰੈਲੀ ਮੌਕੇ ਪੰਡਾਲ ਦੇ ਵਿੱਚ ਔਰਤਾਂ, ਕਿਸਾਨਾਂ, ਮਜ਼ਦੂਰਾਂ ਤੇ ਨੌਜਵਾਨਾਂ ਦੇ ਹਾਜ਼ਰੀ ਦੀ ਤਾਦਾਦ ਦੇ ਵਿੱਚ ਜੁੜੇ ਇਕੱਠ ਨੂੰ ਸੰਬੋਧਨ ਕਰਦੇ ਹੋਏ ਜਥੇਬੰਦੀ ਦੇ ਸੂਬਾ ਜਨਰਲ ਸਕੱਤਰ ਸੁਖਦੇਵ ਸਿੰਘ ਕੋਕਰੀ ਕਲਾਂ ਨੇ ਸਾਲ ਤੋਂ ਵੀ ਵੱਧ ਸਮੇਂ ਤੋਂ ਪੂਰੇ ਸਿੱਧਕ ਸਿਰੜ ਨਾਲ ਮੁਲਕ ਪੱਧਰ ਸਾਂਝੇ ਕਿਸਾਨ ਘੋਲ ਦੇ ਮੈਦਾਨ ਦੇ ਵਿੱਚ ਡਟੇ ਹੋਏ ਜੁਝਾਰੂ ਲੋਕਾਂ ਦੀ ਜੈਕਾਰ ਕੀਤੀ ਹੈ। ਸੈਂਕੜੇ ਸ਼ਹਾਦਤਾਂ ਅਤੇ ਹੋਰ ਅਨੇਕਾਂ ਦੁਸ਼ਵਾਰੀਆਂ ਨੂੰ ਝੱਲ ਕੇ ਵੀ ਸਾਮਰਾਜੀ ਕਾਰਪੋਰੇਟ ਪੱਖੀ ਮੋਦੀ ਸਰਕਾਰ ਦੀ ਅੜੀ ਭੰਨ ਕੇ ਤਿੰਨੇ ਕਾਲੇ ਖੇਤੀ ਕਾਨੂੰਨ ਰੱਦ ਕਰਵਾਉਣ ਨੂੰ ਜਥੇਬੰਦ ਲੋਕ ਤਾਕਤ ਦੀ ਸ਼ਾਨਦਾਰ ਜਿੱਤ ਕਰਾਰ ਦਿੱਤਾ ਹੈ। ਪਰੰਤੂ ਘੋਲਦੀਆਂ ਰਹਿੰਦੀਆਂ ਅਹਿਮ ਮੰਗਾਂ ਪ੍ਰਤੀ ਮੋਦੀ ਸਰਕਾਰ ਦੇ ਵੱਲੋਂ ਧਾਰਨ ਕੀਤੇ ਗਏ ਢਾਲ ਮਟੋਲ ਵਾਲੇ ਅੜੀਖੋਰ ਵਤੀਰੇ ਦੀ ਸਖਤ ਨਿੰਦਾ ਕੀਤੀ ਹੈ। ਕਾਲੇ ਖੇਤੀ ਕਾਨੂੰਨਾਂ ਦੀ ਵਾਪਸੀ ਵਾਂਗ ਹੀ ਸਰਕਾਰ ਦੀ ਇਸ ਅੜੀ ਨੂੰ ਵੀ ਲੋਕ ਤਾਕਤ ਦੇ ਜ਼ੋਰ ਭੰਨਣ ਦੇ ਲਈ ਸੰਯੁਕਤ ਕਿਸਾਨ ਮੋਰਚੇ ਦੇ ਵੱਲੋਂ ਐਲਾਨ ਕੀਤੇ ਜਾਣ ਵਾਲੇ ਅਗਲੇ ਸੰਘਰਸ਼ ਨੂੰ ਜਥੇਬੰਦੀ ਵੱਲੋਂ ਪਹਿਲਾਂ ਵਾਂਗ ਹੀ ਪੂਰਾ ਤਾਣ ਕੇ ਲਾਗੂ ਕੀਤਾ ਜਾਵੇਗਾ। ਪੰਜਾਬ ਵਿਧਾਨ ਸਭਾ 2022 ਦੀਆਂ ਚੋਣਾਂ ਦੇ ਮੱਦੇਨਜ਼ਰ ਭਾਰਤੀ ਚੋਣ ਕਮਿਸ਼ਨ ਨੇ ਸ਼ਨੀਵਾਰ ਨੂੰ ਸੂਬੇ ਦੇ ਵਿੱਚ ਹੋਣ ਜਾ ਰਹੀਆਂ ਚੋਣਾਂ ਦੀ ਤਿਆਰੀਆਂ ਦੀ ਸਮੀਖਿਆ ਕੀਤੀ ਹੈ। ਇਹ ਵਰਚੁਅਲ ਸਮੀਖਿਆ ਮੀਟਿੰਗ ਡਿਪਟੀ ਚੋਣ ਕਮਿਸ਼ਨ ਨਿਤੇਸ਼ ਕੁਮਾਰ ਵਿਆਸ ਦੀ ਅਗਵਾਈ ਦੇ ਵਿੱਚ ਕੀਤੀ ਗਈ ਹੈ, ਜਿਸ ਦੌਰਾਨ ਪੰਜਾਬ ਦੇ ਮੁੱਖ ਚੋਣ ਅਧਿਕਾਰੀ ਡਾਕਟਰ ਐਸ ਕਰੁਣਾ ਰਾਜੂ ਵੀ ਮੌਜੂਦ ਰਹੇ। ਮੀਟਿੰਗ ਦੇ ਵਿੱਚ ਪੰਜਾਬ ਦੇ ਸਾਰੇ ਡਿਪਟੀ ਕਮਿਸ਼ਨਰ ਕੰਮ, ਜ਼ਿਲ੍ਹਾ ਚੋਣ ਅਫਸਰ ਅਤੇ ਪੁਲਿਸ ਕਮਿਸ਼ਨਰ, ਸੀਨੀਅਰ ਪੁਲਿਸ ਕਪਤਾਨ ਵੀ ਹਾਜ਼ਰ ਸਨ। ਕੋਵਿਡ-19 ਦੇ ਨਵੇਂ ਰੂਪ ਓਮਿਕਰੋਨ ਦੇ ਮੱਦੇਨਜ਼ਰ ਸ਼੍ਰੀ ਵਿਆਸ ਨੇ ਚੋਣ ਡਿਊਟੀਆਂ ਲਈ ਤਾਇਨਾਤ ਕੀਤੇ ਜਾਣ ਵਾਲੇ ਸਾਰੇ ਸਟਾਫ ਅਤੇ ਵਲੰਟੀਅਰਾਂ ਨੂੰ ਟੀਕਾਕਰਨ ਕਰਵਾਉਣ ਦੀ ਲੋੜ ਤੇ ਜ਼ੋਰ ਦਿੱਤਾ ਹੈ। ਉਹਨਾਂ ਸਮੂਹ DEOs ਨੂੰ ਸਟਾਫ ਵਾਸਤੇ ਕੋਵਿਡ ਟੀਕਾਕਰਨ ਦੇ ਲਈ ਵਿਸ਼ੇਸ਼ ਕੈਂਪ ਲਗਾਉਣ ਦੇ ਲਈ ਨਿਰਦੇਸ਼ ਦਿੱਤੇ ਨੇ। ਉਹਨਾਂ DEOs ਨੂੰ ਨਵੇਂ ਵੋਟਰਾਂ ਨੂੰ ਸ਼ਾਮਿਲ ਕਰਨ ਅਤੇ ਮੌਜੂਦਾ ਵੋਟਾਂ ਕੱਟਣ ਜਾਂ ਤਬਦੀਲ ਕਰਨ ਦੇ ਮਾਮਲਿਆਂ ਨੂੰ ਮੁਕੰਮਲ ਕਰਨ ਦੇ ਲਈ ਵੀ ਕਿਹਾ ਹੈ। ਉਹਨਾਂ ਨੇ ਵੋਟਰਾਂ ਨੂੰ ਆਪਣੀ ਵੋਟ ਦੀ ਵਰਤੋਂ ਕਰਨ ਦੇ ਲਈ ਪ੍ਰੇਰਿਤ ਕਰਨਾ ਅਤੇ 1950 ਵੋਟਰ ਹੈਲਪਲਾਈਨ ਨੂੰ ਵੱਧ ਤੋਂ ਵੱਧ ਉਤਸ਼ਾਹਿਤ ਕਰਨ ਲਈ ਟੈਕਸਟ ਮੈਸੇਜ ਭੇਜਣ ਜਾਂ ਮਸ਼ਹੂਰ ਹਸਤੀਆਂ ਜਾਂ ਖਿਡਾਰੀਆਂ ਨੂੰ ਮੁਹਿੰਮ ਦੇ ਵਿੱਚ ਸ਼ਾਮਿਲ ਕਰਕੇ ਸਵੀਪ ਗਤੀਵਿਧੀਆਂ ਦੇ ਵਿੱਚ ਤੇਜ਼ੀ ਲਿਆਉਣ ਦੇ ਨਿਰਦੇਸ਼ ਦਿੱਤੇ ਨੇ। ਕੈਨੇਡਾ ਦੇ ਇਮੀਗ੍ਰੇਸ਼ਨ ਵਿਭਾਗ ਦੇ ਵੱਲੋਂ ਬੀਤੇ ਮਹੀਨਿਆਂ ਦੌਰਾਨ ਪਰਮਾਨੈਂਟ ਰੈਜ਼ੀਡੈਂਸ ਦੀਆਂ ਪ੍ਰਾਪਤ ਕੀਤੀਆਂ ਲਗਭਗ 1 ਲੱਖ ਅਰਜ਼ੀਆਂ ਦਾ ਨਿਪਟਾਰਾ ਤੇਜ਼ ਕਰ ਦਿੱਤਾ ਗਿਆ। ਇਮੀਗ੍ਰੇਸ਼ਨ ਮੰਤਰੀ ਸੀਨ ਫਰੇਜ਼ਰ ਨੇ ਕਿਹਾ ਹੈ ਕਿ ਅਰਜ਼ੀਆਂ ਦਾ ਨਿਪਟਾਰਾ ਤੇਜ਼ ਕਰਨ ਦੇ ਲਈ ਹੀ ਐਕਸਪ੍ਰੈਸ ਐਂਟਰੀ ਚੋਂ ਡਰਾ ਕੱਢਣੇ ਬੰਦ ਕਰ ਦਿੱਤੇ ਗਏ ਨੇ, ਕਿਉਂਕਿ 2021 ਦੌਰਾਨ 4,01,000 ਵਿਦੇਸ਼ੀ ਪੱਕੇ ਕਰਨ ਦਾ ਟੀਚਾ ਪੂਰਾ ਹੋ ਚੁੱਕਾ ਹੈ। ਇਸ ਮਹੀਨੇ ਦੌਰਾਨ ਵੀ ਦੇਸ਼ ਅਤੇ ਵਿਦੇਸ਼ਾਂ ਤੋਂ 4 ਲੱਖ ਦੇ ਕਰੀਬ ਵਿਦੇਸ਼ੀਆਂ ਨੂੰ ਪੱਕੀ PR ਮਿਲਣ ਦੀ ਸੰਭਾਵਨਾ ਹੈ। ਹੁਣ ਕੈਨੇਡੀਅਨ ਐਕਸਪੀਰੀਅੰਸ ਕਲਾਸ ਸਕਿਲਡ ਵਰਕਰਸ ਕੈਟਾਗਰੀ ਦੇ ਵਿੱਚੋਂ 2022 ਦੇ ਵਿੱਚ ਡਰਾ ਕੱਢੇ ਜਾਣਗੇ। ਪਤਾ ਲੱਗਾ ਹੈ ਕਿ ਇਮੀਗ੍ਰੇਸ਼ਨ ਅਧਿਕਾਰੀਆਂ ਦੇ ਵੱਲੋਂ ਬੀਤੇ ਮਹੀਨਿਆਂ ਦੇ ਵਿੱਚ ਹਰੇਕ ਮਹੀਨੇ CEC ਦੇ ਵਿੱਚੋਂ ਲਗਭਗ 14,000 ਅਤੇ ਸਕਿਲਡ ਵਰਕਰਸ ਦੀਆਂ 600 ਦੇ ਕਰੀਬ ਅਰਜ਼ੀਆਂ ਦਾ ਫੈਸਲਾ ਕੀਤਾ ਜਾ ਰਿਹਾ ਹੈ। ਕੋਰੋਨਾ ਮਹਾਮਾਰੀ ਦੌਰਾਨ ਕੈਨੇਡਾ ਦੇ ਵੱਲੋਂ ਅੰਤਰਰਾਸ਼ਟਰੀ ਹਵਾਈ ਅੱਡਿਆਂ ਦੇ ਅੰਦਰ ਵਿਦੇਸ਼ਾਂ ਤੋਂ ਆਉਣ ਵਾਲੇ ਮੁਸਾਫਰਾਂ ਦੇ ਟੈਸਟ ਕਰਨ ਦੇ ਪ੍ਰਬੰਧ ਮੁਕੰਮਲ ਕੀਤੇ ਜਾ ਰਹੇ ਨੇ ਅਤੇ ਦੇਸ਼ ਦੇ ਸਭ ਤੋਂ ਵੱਡੇ ਹਵਾਈ ਅੱਡੇ ਟੋਰਾਂਟੋ ਪੀਅਰਸਨ ਇੰਟਰਨੈਸ਼ਨਲ 에ਅਰਪੋਰਟ ਅੰਦਰ ਸੋਮਵਾਰ 6 ਦਸੰਬਰ ਤੋਂ ਟੈਸਟ ਆਰੰਭ ਹੋ ਜਾਣਗੇ। ਇਸ ਤੋਂ ਅਮਰੀਕਾ ਦੇ ਪੱਕੇ ਵਾਸੀਆਂ ਨੂੰ ਛੋਟ ਹੋਵੇਗੀ, ਪਰ ਹਵਾਈ ਅੱਡੇ ਦੇ ਦੋਵਾਂ ਟਰਮੀਨਲਾਂ 1 ਅਤੇ 3 ਦੇ ਅੰਦਰ ਪੁੱਜਣ ਵਾਲੇ ਸਾਰੇ ਮੁਸਾਫਰਾਂ ਦੇ ਟੈਸਟ ਕੀਤੇ ਜਾਣਗੇ, ਜਿਸ ਦੇ ਵਿੱਚ ਦਿੱਲੀ ਤੋਂ 에ਅਰ ਇੰਡੀਆ ਅਤੇ 에ਅਰ ਕੈਨੇਡਾ ਦੀ ਸਿੱਧੀ ਉਡਾਨ ਦੇ ਯਾਤਰੀ ਵੀ ਸ਼ਾਮਿਲ ਹੋਣਗੇ। ਕੈਨੇਡਾ ਦੇ ਸਿਹਤ ਮੰਤਰੀ ਜੀਨ ਇਵੇਸ ਡੁਕਲਸ ਨੇ ਕਿਹਾ ਹੈ ਕਿ ਟੀਕਾਕਰਨ ਕਰਵਾ ਚੁੱਕੇ ਲੋਕਾਂ ਨੂੰ ਵੀ ਕੋਰੋਨਾ ਟੈਸਟ ਕਰਵਾਉਣ ਤੋਂ ਛੋਟ ਨਹੀਂ ਹੋਏਗੀ। ਟੈਸਟ ਦੀ ਰਿਪੋਰਟ ਆ ਜਾਣ ਤੱਕ ਹਰੇਕ ਮੁਸਾਫਿਰ ਨੂੰ ਇਕਾਂਤਵਾਸ ਦੇ ਵਿੱਚ ਰਹਿਣਾ ਪਏਗਾ। ਇਹ ਸਨ ਅੱਜ ਦੀਆਂ ਖਾਸ ਖਬਰਾਂ। ਦੇਸ਼ ਵਿਦੇਸ਼ ਦੀਆਂ ਹੋਰ ਖਬਰਾਂ ਦੇਖਣ ਦੇ ਵਾਸਤੇ ਤੁਸੀਂ ਸਾਡੇ YouTube ਚੈਨਲ ਪੰਜਾਬ ਮੇਲ USA TV ਨੂੰ ਕਰੋ ਸਬਸਕ੍ਰਾਈਬ। ਧੰਨਵਾਦ।